बिघ्नन के नासक बिघ्नन के नासक श्री हरगोबिंद शुभ सुमत प्रकाशक श्री हर राय नमो कर जोरी नमो कर जोरी। गुरु हर कृष्ण मनाए बहोरी। गुरु तेग बहादुर परम किरपाला वाहिगुरु परम किरपाला। श्री गुरु गोबिंद सिंह विसाला। जिसमें अमृत ज्ञान है माणक भगत बैराग। श्री गुरु ग्रंथ साहिब उदद बंदों कार्य अनुराग। एक अंकारा सतगुरु तेह प्रसाद सच होए। वाहिगुरु जी की फतेह। विघ्न विनाशन सोए। सतनाम श्री वाहिगुरु साहिब जी दोहरा। वाहिगुरु गुरबानी पढ़ खुरचतो जमी जामनी जोए। करत बटोरन टोर कर बाहो ठौरन ते सोए। गुरबानी पढ़ खुरचतो जमी जामनी जोए। सच्चे पातशाह गरीब नवाज दीन दुनिया दे मालक चवर छतर तख्त दे मालक हाजरा हजूर जहरा जहूर सर्ब कला भरपूर अंतरयामी सुख निधान सच्चे पातशाह धन धन सतगुरु जी गरीब नवाज जी धन धन श्री गुरु ग्रंथ साहिब जी महाराज। धन धन श्री गुरु ग्रंथ साहिब जी महाराज। सतगुरु जी की पवित्र पावन हाजरी विखे सुभाएमान गुरु जी की प्यारी साजी नवाजी संगत जी बड़े ही प्यार दे नाल दोवें हथ जोड़ के गज के सारी संगत फतेह बुलाओ जी। वाहिगुरु जी का खालसा वाहिगुरु जी की फतेह। गरीब नवाज सच्चे पातशाह मीरी पीरी दे मालक श्री गुरु हरगोबिंद साहिब जी की पवित्र कथा आप जी संगतां बड़े ही प्यार दे नाल रोज़ सरवण करदे हो। सतगुरु जी दीन दुनिया नूं तार रहे हैं जी। दीन दुनिया नूं तारदे महाराज भाई रूपे नगर विच पहुँचे हैं। उत्थे फिर घोड़ियां दा प्रसंग गुरु जी नूं जदों पता लगा हजूर महाराज ने बाबा बिधि चंद जी नूं भेजिया है जी। कल वो प्रसंग तुसीं सरवण कीता। बाबा जी इक्को गल कहिंदे आ सच्चे पातशाह औखे तो भी औखा काम उदों सौखा हो जाता जदों तुहाडी किरपा हो जावे जी। गुरु जी की किरपा दे नाल वड्डे तो वड्डा औखे तो औखा जिहड़ा काम है ना वो सौखा हो जाता है। महाराज किले दे विचों जाके घोड़े लैके आउणा काम सौखा तो नहीं है पर जे तुसीं किरपा करोगे वो काम सौखा हो जाएगा। गुरु जी का आशीर्वाद पा के बाबा बिधि चंद साहिब जी लाहौर दे विच पहुँचे हैं जी। लाहौर दे विच जदों प्रवेश होण लगे है ना उदों भी महाराज सच्चे पातशाह जी का ध्यान धारिया। दसां वाहिगुरू उस समय सारे सतगुरां दा नाम लैके 6 सतगुरां दा नाम लैके अरदास कीती है। फिर तुसीं सुनिया भाई बिधि चंद जी
ਸਤਿਕਾਰ ਨਾਲ ਆਪਾਂ ਬਾਬਾ ਬਿਧੀ ਚੰਦ ਸਾਹਿਬ ਵੀ ਕਹਿੰਦੇ ਹਾਂ ਜੀ। ਬਾਬਾ ਜੀ ਹੋਣੀ ਪਹਿਲਾਂ ਇੱਕ ਜੀਵਨ ਨਾਮ ਦਾ ਸਿੱਖ ਸੀਗਾ ਜੀ। ਉੱਥੇ ਜੀਵਨ ਨਾਮ ਦੇ ਸਿੱਖ ਦੇ ਘਰ ਗਏ। ਉਸ ਸਿੱਖ ਨੇ ਪਛਾਣ ਲਿਆ ਵੀ ਇਹ ਤੇ ਬਾਬਾ ਬਿਧੀ ਚੰਦ ਜੀ ਲੱਗਦੇ ਆ, ਗੁਰੂ ਸਾਹਿਬ ਜੀ ਦੇ ਸਦਾ ਨੇੜੇ ਰਹਿੰਦੇ ਆ। ਉਸ ਸਿੱਖ ਨੇ ਬੜਾ ਹੀ ਸਤਿਕਾਰ ਕੀਤਾ, ਸੇਵਾ ਕੀਤੀ, ਪ੍ਰਸ਼ਾਦਾ ਪਾਣੀ ਛਕਾਇਆ। ਫਿਰ ਪੁੱਛਿਆ, ਬਾਬਾ ਜੀ ਦੱਸੋ ਕਿਸ ਕੰਮ ਲਈ ਆਉਣਾ ਹੋਇਆ ਜੀ? ਬਾਬਾ ਜੀ ਨੇ ਸਾਰੀ ਗੱਲ ਦੱਸੀ ਵੀ ਗੁਰੂ ਜੀ ਦੇ ਘੋੜੇ ਬਾਦਸ਼ਾਹ ਦੇ ਕੋਲ ਪਹੁੰਚ ਗਏ ਆ, ਉਹ ਘੋੜੇ ਜਿਹੜੇ ਆ ਉਹ ਲੈ ਕੇ ਜਾਣੇ ਹਨ। ਤੇ ਅੱਗੋਂ ਸਿੱਖ ਨੇ ਵੀ ਇਹੋ ਗੱਲ ਕਹੀ ਵੀ ਕੰਮ ਤਾਂ ਬੜਾ ਔਖਾ, ਪਰ ਕੋਈ ਨਹੀਂ, ਜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਆਪੇ ਹੀ ਕਿਰਪਾ ਕਰ ਦੇਣੀ ਹੈ। ਬਾਬਾ ਬਿਧੀ ਚੰਦ ਜੀ ਕਹਿੰਦੇ ਵੀ ਤੁਸੀਂ ਇਹ ਦੱਸੋ ਵੀ ਘੋੜੇ ਕਿੱਥੇ ਕੁ ਖੜੇ ਹੁੰਦੇ ਆ, ਕਿਲੇ ਦਾ ਦਰੋਗਾ ਕੌਣ ਹੈ, ਕਿੰਨੇ ਕੁ ਬੰਦਿਆਂ ਦੇ ਪਹਿਰੇ ਦੇ ਵਿੱਚ ਘੋੜੇ ਹੁੰਦੇ ਆ। ਤੇ ਭਾਈ ਜੀਵਨ ਜੀ ਨੇ ਫਿਰ ਸਾਰੀ ਗੱਲ ਦੱਸੀ ਜੀ ਵੀ ਕਿਲੇ ਦਾ ਨਾਮ ਹੈ ਸੋਂਦੇ, ਦਰੋਗੇ ਦਾ ਨਾਮ ਹੈ ਸੋਂਦੇ ਖਾਂ। ਜਿੱਥੇ ਬਾਦਸ਼ਾਹ ਦੀ ਰਿਹਾਇਸ਼ ਹੈ, ਬਾਦਸ਼ਾਹ ਨੇ ਆਪਣੀ ਰਿਹਾਇਸ਼ ਦੇ ਬਿਲਕੁਲ ਸਾਹਮਣੇ ਪਾਸੇ ਨਾਲ ਹੀ ਘੋੜੇ ਜਿਹੜੇ ਆ ਉਹ ਰੱਖੇ ਹੋਏ ਹਨ। ਕਈ ਬੰਦਿਆਂ ਦਾ ਉੱਥੇ ਪਹਿਰਾ ਹੈ ਉਹਨਾਂ ਘੋੜਿਆਂ ਦੇ ਉੱਤੇ। ਤੇ ਇਹ ਸਾਰੀ ਗੱਲ ਜਦੋਂ ਬਾਬਾ ਬਿਧੀ ਚੰਦ ਜੀ ਨੇ ਸੁਣੀ ਤੇ ਬਾਬਾ ਜੀ ਕਹਿੰਦੇ ਵੀ ਹੁਣ ਕੋਈ ਤਰਕੀਬ ਵੀ ਦੱਸ ਦੇ ਵੀ ਘੋੜੇ ਲੈ ਕੇ ਕਿਵੇਂ ਪਹੁੰਚਾਂ ਮਹਾਰਾਜ ਤੱਕ। ਤੇ ਭਾਈ ਜੀਵਨ ਕਹਿਣ ਲੱਗਾ ਜੀ ਮੈਂ ਤੁਹਾਡੀ ਸੇਵਾ ਵਿੱਚ ਤੇ ਹਾਜ਼ਰ ਹਾਂ, ਪਰ ਨਾਮ ਬਿਧੀ ਚੰਦ ਤੁਹਾਡਾ ਕਹਿਣ ਲੱਗੇ। ਵਿਧੀਆਂ ਬਣਾਉਣਾ ਤੁਹਾਨੂੰ ਆਉਂਦਾ ਹੈ, ਤੁਸੀਂ ਸੋਚੋ। ਫਿਰ ਚੇਤਾ ਰੱਖਿਓ, ਜਦੋਂ ਕਿਸੇ ਸਿੱਖ ਕੋਲੋਂ ਗੁਰੂ ਸਾਹਿਬ ਨੇ ਕੋਈ ਸੇਵਾ ਲੈਣੀ ਹੁੰਦੀ ਹੈ ਨਾ, ਤੇ ਸੰਗਤ ਜੀ ਐਨ ਮੌਕੇ ਤੇ ਉਹਦੀ ਸੁਰਤ 'ਚ ਉਹੋ ਜਿਹਾ ਫੁਰਨਾ ਪੈਦਾ ਕਰ ਦਿੰਦੇ ਮਹਾਰਾਜ। ਤੁਸੀਂ ਆਪ ਵੇਖਿਓ, ਕਈ ਵਾਰੀ ਅਸੀਂ ਕੋਈ ਕੰਮ ਸੋਚਿਆ ਨਹੀਂ ਹੁੰਦਾ, ਪਰ ਉਹ ਕੰਮ ਅਸੀਂ ਕਰ ਲੈਂਦੇ ਹਾਂ, ਔਰ ਉਹ ਕੰਮ ਵੀ ਬਹੁਤ ਵਧੀਆ ਹੁੰਦਾ। ਫਿਰ ਇਹ ਸੋਚੀਦਾ ਵੀ ਇਹ ਕੰਮ ਬਾਰੇ ਤਾਂ ਅਸੀਂ ਸੋਚ ਵੀ ਨਹੀਂ ਸਕਦੇ। ਜਿਹੜੇ ਕੰਮ ਬਾਰੇ ਅਸੀਂ ਸੋਚ ਨਹੀਂ ਸਕਦੇ ਉਹ ਕੰਮ ਹੋ ਗਿਆ, ਇਹ ਕੰਮ ਕਿਹਨੇ ਕਰਵਾਇਆ? ਤੇ ਫਿਰ ਮਨ ਇੱਕੋ ਹੀ ਗੱਲ ਕਹਿੰਦਾ ਹੈ, ਗੁਰੂ ਜੀ ਨੇ ਹੀ ਫੁਰਨਾ ਪਾਇਆ ਤੇ ਗੁਰੂ ਜੀ ਨੇ ਹੀ ਕੰਮ ਕਰਾਇਆ ਜੀ। ਮੈਂ ਆਪਣੇ ਬਾਰੇ ਦੱਸਦਾ, ਚੰਗੇ ਫੁਰਨੇ ਮਨ 'ਚ ਪੈਦਾ ਹੋਣ, ਇਹਦੇ ਲਈ ਵੀ ਬੰਦਗੀ ਚਾਹੀਦੀ ਹੈ। ਹੁਣ ਆਪਾਂ ਆਪਣੇ ਮਨਾਂ ਬਾਰੇ ਸੋਚੀਏ ਤੇ ਮਨ ਵਿੱਚ ਤਾਂ ਬੜੇ ਬੜੇ ਮਾੜੇ ਫੁਰਨੇ ਚੱਲਦੇ ਰਹਿੰਦੇ ਆ। ਮਨ 100 ਸਕੀਮਾਂ ਮਾੜੀਆਂ ਬਣਾਉਂਦਾ ਹੀ ਰਹਿੰਦਾ। ਤੇ ਜੇ ਕੋਈ ਚੰਗਾ ਫੁਰਨਾ ਪੈਦਾ ਹੋ ਰਿਹਾ ਤਾਂ ਮਾਲਕ ਦੀ ਕਿਰਪਾ ਨਾਲ ਪੈਦਾ ਹੋ ਰਿਹਾ, ਗੁਰੂ ਜੀ ਦੀ ਕਿਰਪਾ ਨਾਲ ਪੈਦਾ ਹੋ ਰਿਹਾ। ਮਹਾਰਾਜ ਕਹਿੰਦੇ ਆ, ਪਰਮੇਸ਼ਰ ਆਪ ਹੀ ਫੁਰਨਾ ਰੂਪ ਹੋ ਕੇ ਬੰਦੇ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਜੀ। ਬਾਬਾ ਬਿਧੀ ਚੰਦ ਜੀ ਦੇ ਅੰਦਰ ਫੁਰਨਾ ਪੈਦਾ ਹੋ ਗਿਆ ਇੱਕਦਮ। ਕਿਉਂ? ਉਹ ਕਿਰਪਾ ਮਹਾਰਾਜ ਦੀ ਵਰਤ ਰਹੀ ਜੀ, 6ਵੇਂ ਪਾਤਸ਼ਾਹ ਦੀ ਕਿਰਪਾ ਵਰਤ ਰਹੀ। ਬਾਬਾ ਬਿਧੀ ਚੰਦ ਕਹਿੰਦੇ ਵੀ ਤੂੰ ਮੈਨੂੰ ਰੰਬਾ ਬਣਾ ਦੇ। ਹੁਣ ਉਹ ਸਿੱਖ, ਉਹਦਾ ਕੰਮ ਹੀ ਇਹ ਸੀ। ਬਾਬਾ ਜੀ ਆਰਾਮ ਕਰਨ ਲੱਗੇ ਤੇ ਰਾਤੋਂ ਰਾਤ ਉਹਨੇ ਵਧੀਆ ਰੰਬਾ ਬਣਾਇਆ, ਲੱਕੜ ਦਾ ਉਹਨੂੰ ਦਸਤਾ ਲਾਇਆ ਤੇ ਦਿਨੇ ਫਿਰ ਇੱਕ ਤੱਪੜ ਮੰਗ ਲਿਆ ਜੀ। ਦਿਨੇ ਬਾਬਾ ਵਾਹਿਗੁਰੂ ਬਾਬਾ ਬਿਧੀ ਚੰਦ ਸਾਹਿਬ ਉੱਠ ਕੇ ਆਪਣਾ ਨਿਤਨੇਮ ਕੀਤਾ ਜੀ, ਭਜਨ ਕੀਤਾ। ਫਿਰ ਰਾਵੀ ਦਰਿਆ 'ਤੇ ਪਹੁੰਚ ਗਏ ਜੀ। ਰਾਵੀ ਦੇ ਨਾਲ ਬਾਬਾ ਬਿਧੀ ਚੰਦ ਜੀ ਦਾ ਪੁਰਾਣਾ ਹੀ ਸੰਬੰਧ ਹੈਗਾ ਜੀ। ਅੱਗੇ ਜਾ ਕੇ ਮੈਂ ਬੇਨਤੀ ਕਰਾਂਗਾ, ਕਿਉਂਕਿ ਅੱਜ 6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਨ ਹੈ। ਅੱਜ ਦੇ ਦਿਨ ਸਤਿਗੁਰੂ ਮਾਲਕ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਦੇ ਉੱਤੇ ਸੱਜੇ ਆ। ਬੜਾ ਮਹਾਨ ਦਿਹਾੜਾ। 11 ਦਿਨ ਪਹਿਲਾਂ ਹੀ ਗੁਰੂ ਜੀ ਨੇ ਇਹ ਬਚਨ ਕਹਿ ਦਿੱਤਾ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਨੇ, ਗੁਰੂ ਅਰਜਨ ਸਾਹਿਬ ਜੀ ਨੇ ਸਰੀਰ ਤਿਆਗਣ ਤੋਂ 11 ਦਿਨ ਪਹਿਲਾਂ ਇਹ ਬਚਨ ਕਰ ਦਿੱਤਾ ਸੀਗਾ। ਬਾਬਾ ਬਿਧੀ ਚੰਦ ਜੀ ਨਾਲ ਸ਼ਹਾਦਤ ਦੇ ਗਏ ਜੀ, ਤੇ ਗੁਰੂ ਅਰਜਨ ਦੇਵ ਜੀ ਰਾਵੀ ਦੇ ਵਿੱਚ ਹੀ ਰਹਿ ਗਏ ਜੀ। ਇਸ ਕਰਕੇ ਬਾਬਾ ਬਿਧੀ ਚੰਦ ਜੀ ਦਾ ਰਾਵੀ ਦਰਿਆ ਦੇ ਨਾਲ ਬੜਾ ਗੂੜਾ ਸੰਬੰਧ ਹੈ।
ਤੇ ਪਿਆਰਿਓ, ਕੱਲੇ ਬਾਬਾ ਬਿਧੀ ਚੰਦ ਜੀ ਦਾ ਹੀ ਨਹੀਂ ਰਾਵੀ ਦਰਿਆ ਨਾਲ ਗੂੜਾ ਸੰਬੰਧ, ਜਿੰਨੇ ਗੁਰੂ ਨਾਨਕ ਨਾਮ ਲੇਵਾ ਸਿੱਖ ਨੇ ਸਾਰਿਆਂ ਦਾ ਰਾਵੀ ਦੇ ਨਾਲ ਗੂੜਾ ਸੰਬੰਧ ਹੈ। ਉਹ ਕਵੀ ਲਿਖਦਾ ਹੈ ਨਾ, ਰਾਵੀ ਦੇ ਆ ਪਾਣੀਆਂ ਤੂੰ ਠੋਕਰਾਂ ਨਾ ਮਾਰਵੇ, ਮਾਹੀ ਦੇ ਸਰੀਰ ਉੱਤੇ ਛਾਲੇ ਬੇਸ਼ੁਮਾਰ ਵੇ। ਮਹਾਰਾਜ ਅਖੀਰਲੇ ਸਮੇਂ ਰਾਵੀ ਦਰਿਆ ਵਿੱਚ ਹੀ ਪਹੁੰਚੇ ਸਨ। ਸੋ ਸ਼ਹੀਦੀ ਦੇ ਦਿਹਾੜੇ ਵਿੱਚ ਉਹ ਆਪਾਂ ਕਥਾ ਸੁਣਾਂਗੇ। ਬਾਬਾ ਬਿਧੀ ਚੰਦ ਜੀ ਰਾਵੀ ਦਰਿਆ ਪਹੁੰਚੇ ਜੀ। ਪੁਰਾਣਾ ਸਮਾਂ ਚੇਤਾ ਆ ਗਿਆ। ਰਾਵੀ ਦੇ ਕੰਢੇ ਬੈਠ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਮੁੱਖੋਂ ਪਾਠ ਕੀਤਾ ਜੀ। ਚੇਤਾ ਰੱਖਿਓ, ਉਹ ਸਿੱਖ ਬੜੇ ਭਾਗਾਂ ਵਾਲਾ ਹੈ ਜਿਹਦੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਦੇ ਪਾਠ ਤੋਂ ਹੁੰਦੀ ਹੈ ਜੀ। ਉਹ ਸਿੱਖ ਬੜੇ ਭਾਗਾਂ ਵਾਲਾ ਹੈ ਜੀ, ਜਿਹੜਾ ਉੱਠਦਿਆਂ ਸਾਰ ਇਸ਼ਨਾਨ ਪਾਨ ਕਰਕੇ ਮਨ ਇਕਾਗਰ ਕਰਕੇ ਜਪਜੀ ਸਾਹਿਬ ਪੜ੍ਹਦਾ। ਤੇ ਮੈਂ ਇਹੋ ਜਿਹੇ ਗੁਰਸਿੱਖਾਂ ਦੇ ਵੀ ਦਰਸ਼ਨ ਕੀਤੇ ਆ, ਜਦੋਂ ਉੱਠਦੇ ਆ ਨਾ, ਉੱਠਦਿਆਂ ਸਾਰ ਹੀ ਉਹ ਸੁਰਤ ਵਿੱਚ ਜਪਜੀ ਸਾਹਿਬ ਪੜ੍ਹਨ ਲੱਗ ਪੈਂਦੇ ਆ। ਤੇ ਮੈਂ ਉਹਨਾਂ ਸਿੱਖਾਂ ਦੇ ਵੀ ਦਰਸ਼ਨ ਕੀਤੇ ਆ, ਉੱਠਦਿਆਂ ਸਾਰ ਪਹਿਲਾਂ ਫੋਨ ਵੇਖਦੇ ਵੀ WhatsApp ਤੇ ਕੀ ਆਇਆ, Facebook ਤੇ ਕੀ ਆਇਆ, ਇੰਸਟਾ ਤੇ ਕੀ ਆਇਆ। ਬਾਬਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਉੱਥੇ ਬਹੁਤ ਨਰਮ ਘਾਹ ਸੀਗਾ, ਹਰਾ ਹਰਾ ਘਾਹ, ਕੂੜਾ ਘਾਹ ਹੈ। ਬਾਬਾ ਜੀ ਨੇ ਉਹ ਕੂੜਾ ਘਾਹ ਜਿਹੜਾ ਹੈ ਨਾ, ਉਹ ਇਕੱਠਾ ਕਰਕੇ ਇੱਕ ਪੰਡ ਵਿੱਚ ਬੰਨ੍ਹ ਲਿਆ ਜੀ। ਹੁਣ ਇੱਥੋਂ ਕਥਾ ਸ਼ੁਰੂ ਹੁੰਦੀ ਹੈ। ਬੜਾ ਔਖਾ ਕੰਮ ਹੈ। ਆਏ ਕਿਤੋਂ ਹੈ, ਲਾਹੌਰ ਦੇ ਵਿੱਚ ਰਹਿਣਾ, ਤੇ ਲਾਹੌਰ ਦੇ ਵਿੱਚ ਰਹਿ ਕੇ ਉਸ ਕਿਲੇ ਦੇ ਬੰਦਿਆਂ ਦਾ ਵਿਸ਼ਵਾਸ ਜਿੱਤ ਕੇ ਘੋੜੇ ਤੱਕ ਪਹੁੰਚਣਾ। ਪਹਿਲਾਂ ਇੱਕ ਘੋੜੇ ਤੱਕ ਪਹੁੰਚਣਗੇ, ਫਿਰ ਉਸ ਘੋੜੇ ਨੂੰ 6ਵੇਂ ਪਾਤਸ਼ਾਹ ਤੱਕ ਲੈ ਕੇ ਜਾਣਾ ਹੈ। ਇਹ ਬੜਾ ਔਖਾ ਕੰਮ ਹੈਗਾ ਜੀ। ਪਰ ਬਾਬਾ ਬਿਧੀ ਚੰਦ ਜੀ ਨੇ ਬਖੂਬੀ ਇਹ ਕੰਮ ਕੀਤਾ ਜੀ। ਜਿਵੇਂ ਹੁਣ ਉਹ ਕੰਮ ਹੁੰਦਾ, ਕਾਰਜ ਹੁੰਦਾ, ਉਹ ਹੁਣ ਕਥਾ ਸੁਣੀਏ। ਪਿਆਰ ਨਾਲ ਗੱਜ ਕੇ ਸਾਰੇ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰਬਾਣੀ ਪੜ੍ਹ ਖੁਰਚਤੋ ਜਮੀ ਜਾਮਨੀ ਜੋਏ। ਗੁਰਬਾਣੀ ਦਾ ਨਾਲੇ ਤੇ ਬਾਬਾ ਬਿਧੀ ਚੰਦ ਜੀ ਪਾਠ ਕਰਨ ਦੇ ਆ। ਹਿਰਦੇ 'ਚ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਹੈ, ਮੁਖ 'ਚ ਗੁਰੂ ਜੀ ਦਾ ਬਖਸ਼ਿਆ ਨਾਮ ਹੈ, ਤੇ ਹੱਥ ਸੇਵਾ ਵਿੱਚ ਲੱਗੇ ਹੋਏ ਜੀ। ਇਹੋ ਹੀ ਗੁਰੂ ਦੀ ਮੱਤ ਹੈਗੀ ਜੀ। ਹਿਰਦੇ 'ਚ ਗੁਰੂ ਜੀ ਦਾ ਧਿਆਨ, ਮੁਖ ਵਿੱਚ ਗੁਰੂ ਜੀ ਦਾ ਬਖਸ਼ਿਆ ਹੋਇਆ ਨਾਮ, ਤੇ ਹੱਥਾਂ ਨਾਲ ਸੇਵਾ ਕਰਨੀ ਜੀ। ਬਾਬਾ ਜੀ ਬੜੇ ਹੀ ਪਿਆਰ ਨਾਲ ਨਾਲੇ ਬਾਣੀ ਪੜ੍ਹਨ ਦੇ ਆ। ਰਾਤ ਦਾ ਉੱਗਿਆ ਹੋਇਆ ਜਿਹੜਾ ਘਾਹ ਸੀ ਨਾ ਜੀ, ਨਰਮ, ਉਹ ਘਾਹ ਖੋਤਨ ਦੇ ਆ। ਹਾਂਜੀ। ਕਰਤ ਬਟੋਰਨ ਟੋਰ ਕਰ, ਬਹੁਤ ਠੌਰਨ ਤੇ ਸੋਏ। ਹੁਣ ਇੱਕੋ ਥਾਂ ਤੇ ਘਾਹ ਮਿਲਿਆ ਨਹੀਂ ਜੀ। ਕਿਤੋਂ ਥੋੜਾ ਜਿਹਾ ਕਿਤੋਂ ਮਿਲ ਗਿਆ, ਫਿਰ ਥੋੜਾ ਜਿਹਾ ਅੱਗੇ ਗਏ, ਉੱਥੋਂ ਮਿਲ ਗਿਆ, ਥੋੜਾ ਜਿਹਾ ਹੋਰ ਅੱਗੇ ਗਏ। ਜਿੱਥੇ ਨਰਮ ਘਾਹ ਸੀਗਾ, ਵਧੀਆ ਘਾਹ ਸੀਗਾ ਨਾ ਜੀ, ਉਹ ਸਾਰਾ ਹੀ ਇਕੱਠਾ ਕਰ ਲਿਆ ਬਾਬਾ ਬਿਧੀ ਚੰਦ ਜੀ ਨੇ। ਚੌਪਈ ਜਥਾ ਬਿਢੂਰ ਜਮਨ ਕੋ ਬਰਣ, ਤਥਾ ਦੂਰਬਾ ਸ਼ੁਭ ਮਨ ਹਰਣ। ਬੜਾ ਸੋਹਣਾ ਸਾਧ ਸੰਗਤ ਜੀ। ਉਹ ਘਾਹ ਜਿਹੜਾ ਤੇ ਘਾਹ ਦੀ ਪਛਾਣ ਵਾਲਾ ਸੀ ਨਾ ਬੰਦਾ, ਹਰ ਇੱਕ ਕੰਮ ਦੀ ਹਰ ਇੱਕ ਨੂੰ ਪਛਾਣ ਨਹੀਂ ਹੁੰਦੀ ਸਾਧ ਸੰਗਤ ਜੀ। ਹੁਣ ਜਿਨ੍ਹਾਂ ਦਾ ਕੰਮ ਸੀਗਾ ਪਸ਼ੂਆਂ ਨੂੰ ਘਾਹ ਪਾਉਣਾ, ਜਿਹੜੇ ਪਛਾਣਦੇ ਆ ਵੀ ਇਹ ਘਾਹ ਬੜਾ ਕੀਮਤੀ ਹੈ, ਉਹ ਤੇ ਉਸ ਘਾਹ ਨੂੰ ਵੇਖਦਿਆਂ ਹੀ ਲੱਟੂ ਹੋ ਜਾਂਦੇ ਸੀਗੇ ਜੀ। ਹਾਂਜੀ। ਕਰ ਇਕੱਤਰ ਸਿਰਲੀਨ ਉਠਾਏ। ਧੰਨ ਬਾਬਾ ਬਿਧੀ ਚੰਦ ਜੀ ਨੇ ਘਾਹ ਦੀ ਪੰਡ ਇਕੱਠੀ ਕੀਤੀ, ਆਪਣੇ ਸਿਰ ਉੱਤੇ ਰੱਖ ਲਈ। ਸਨੇ ਚਲਪੁਰ ਮੈਂ ਆਏ। ਆਖੋ ਵਾਹਿਗੁਰੂ। ਤੇ ਮਹਾਰਾਜ ਦਾ ਧਿਆਨ ਧਾਰਿਆ, ਘਾਈ ਬਣ ਗਏ ਬਾਬਾ ਬਿਧੀ ਚੰਦ ਜੀ। ਘਾਈ ਦੀ
ਘਾਹ ਦੀ ਪੰਡ ਸਿਰ ਤੇ ਰੱਖੀ, ਸਹਿਜੇ ਸਹਿਜੇ ਚੱਲਦੇ ਚੱਲਦੇ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਆ ਗਏ ਜੀ। ਹਾਂਜੀ ਗਮਨਿਓ ਪੁਰ ਬਾਜ਼ਾਰ ਕੀ ਓਰ, ਹਾਂਜੀ। ਸਨਮੁਖ ਮਹਾਦੁਰਗ ਕੇ ਪੌਰ। ਹੁਣ ਉੱਥੇ ਪਹੁੰਚ ਗਏ ਬਾਬਾ ਬਿਧੀ ਚੰਦ ਜੀ, ਜਿੱਥੇ ਕਿਲਾ ਜੀ, ਕਿਲੇ ਦਾ ਮੁੱਖ ਦਰਵਾਜ਼ਾ, ਤੇ ਕਿਲੇ ਵਿੱਚ ਘੋੜੇ ਨੇ ਜੀ, ਤੇ ਕਿਲੇ ਦੇ ਦਰਵਾਜ਼ੇ ਦੇ ਅੱਗੇ ਬਾਬਾ ਜੀ ਜਾ ਕੇ ਬੈਠ ਗਏ ਜੀ। ਹਾਂਜੀ ਤ੍ਰਿਣ ਕੋਮਲ ਅਰ ਸੁੰਦਰ ਰੰਗ, ਹਾਂਜੀ। ਨਰ ਬਿਰਮਾਏ ਕਹੈ ਇਹ ਸੰਗ। ਤੇ ਪਤਾ ਬਾਬਾ ਜੀ ਨੇ ਕੀ ਕੀਤਾ? ਸਾਹਮਣੇ ਜਿੱਥੇ ਲੋਕ ਬੈਠੇ ਸੀਗੇ, ਬਾਜ਼ਾਰ ਲੱਗਾ ਸੀਗਾ, ਉੱਥੇ ਉਹ ਘਾਹ ਦੀ ਪੰਡ ਖੋਲ ਦਿੱਤੀ ਜੀ। ਹੁਣ ਹਰਾ ਘਾਹ, ਕੂੜਾ ਕੂੜਾ ਘਾਹ, ਉਹ ਵੇਖਣ 'ਚ ਵੀ ਬੜਾ ਵਧੀਆ ਲੱਗੇ ਜੀ। ਹਾਂਜੀ ਜੇ ਵੇਚਤ ਹੈ ਮੋਲ ਪਨੀਜੈ। ਉਹ ਲਾਗੋਂ ਮਨੁੱਖ ਲੰਘੇ ਜੀ, ਉਦੋਂ ਲਗਭਗ ਲੋਕਾਂ ਕੋਲ ਘੋੜੇ ਹੁੰਦੇ ਸੀਗੇ, ਤੇ ਘੋੜਿਆਂ ਨੂੰ ਘਾਹ ਪਾਉਣਾ ਪੈਂਦਾ ਸੀਗਾ ਜੀ। ਲੋਕਾਂ ਦੇ ਮਨ ਵਿੱਚ ਆਇਆ ਵੀ ਇਹ ਘਾਹ ਅਸੀਂ ਲੈ ਲਈਏ। ਉੱਥੇ ਲੋਕ ਖਲੋ ਗਏ, ਭਾਈ ਦੱਸ ਕਿੰਨਾ ਮੁੱਲ ਹੈ ਇਹਦਾ? ਹਾਂਜੀ ਲੇਹੋ ਨਗਦ ਇਹੋ ਹਮਕੋ ਦੀਜੈ। ਸਾਡੇ ਕੋ ਮੁੱਲ ਲੈ ਲਾ, ਇਹ ਘਾਹ ਸਾਨੂੰ ਦੇ ਦੇ। ਸੁਨ ਵਿਧਿਆ ਤਿਨ ਕੇ ਸੰਗ ਕਹੈ। ਤੇ ਹੁਣ ਬਾਬਾ ਬਿਧੀ ਚੰਦ ਜੀ ਨੇ ਲੋਕਾਂ ਦੇ ਘੋੜਿਆਂ ਵਾਸਤੇ ਥੋੜੀ ਘਾਹ ਖੋਤਿਆ ਜੀ। ਆਖੋ ਵਾਹਿਗੁਰੂ। ਵਾਹ। ਘਾਹ ਤੇ ਖੋਤਿਆ ਛੇਵੇਂ ਪਾਤਸ਼ਾਹ ਜੀ ਦੇ ਘੋੜਿਆਂ ਵਾਸਤੇ, ਤੇ ਹੁਣ ਉਹਨਾਂ ਕੋ ਪਹੁੰਚੇਗਾ ਤਾਂ ਹੀ ਗੱਲ ਬਣੇਗੀ ਨਾ। ਬਾਬਾ ਬਿਧੀ ਚੰਦ ਜੀ ਨੇ ਮੁੱਲ ਹੀ ਉਹਦਾ ਦੂਣਾ ਰੱਖਤਾ ਜੀ, ਵੀ ਲਵੇ ਹੀ ਕੋਈ ਨਾ ਜੀ। ਹਾਂਜੀ ਇਸ ਕੋ ਮੋਲ ਰਜਤਪਣ ਹੈ। ਕਹਿਣ ਲੱਗੇ ਸੁਣੋ, ਇਹਦਾ ਜਿਹੜਾ ਮੁੱਲ ਹੈ, ਉਹਦਾ ਇਹ ਘਾਹ ਦਾ ਮੁੱਲ ਹੈ ਇੱਕ ਚਾਂਦੀ ਦਾ ਸਿੱਕਾ। ਹੁਣ ਇੱਕ ਚਾਂਦੀ ਦਾ ਸਿੱਕਾ ਜਿਹੜਾ, ਉਹ ਘਾਹ ਦੀ ਪੰਡ ਦੇ ਬਦਲੇ ਕੌਣ ਦੇਗਾ ਜੀ? ਹਾਂਜੀ ਤੂਸ਼ਨ ਹੋਤ ਦੇਤ ਨਹਿ ਕੋਈ। ਉਹ ਜਿਹੜਾ ਸੁਣਦਾ ਨਾ, ਉਹ ਕਹਿੰਦਾ ਇਹਨੂੰ ਵੇਖੋ ਪਤਾ ਨਹੀਂ ਕੀ ਹੋ ਗਿਆ ਹੈ। ਇੱਕ ਘਾਹ ਦੀ ਪੰਡ ਬਦਲੇ ਚਾਂਦੀ ਦਾ ਸਿੱਕਾ। ਲੋਕ ਚੁੱਪ ਹੋ ਕੇ ਚਲੇ ਜਾਂਦੇ ਜੀ। ਅਸਲ 'ਚ ਬਾਬਾ ਜੀ ਨੇ ਵੇਚਣ ਵਾਸਤੇ ਤਾਂ ਲਿਆ ਹੀ ਨਹੀਂ ਜੀ ਇਹ ਘਾਹ। ਹਾਂਜੀ ਚੱਲਿਓ ਜਾਤ ਅੱਗੇ ਕੋ ਸੋਈ। ਹਾਂਜੀ ਰਹਿਓ ਦਿਵਸ ਜਬ ਘਟਕਾ ਚਾਰੀ। ਸਾਰੀ ਦਿਹਾੜੀ ਲੋਕ ਆਉਂਦੇ ਰਹੇ। ਉਹ ਭਾਈ ਘਾਈ ਘਾਹ ਬੜਾ ਵਧੀਆ, ਕਿੰਨੇ ਦਾ ਦੇਣਾ? ਕਹਿਣ ਇੱਕ ਚਾਂਦੀ ਦੇ ਸਿੱਕੇ ਦਾ। ਉਹ ਲੋਕੀ ਰੇਟ ਹੀ ਸੁਣਨ ਤੇ ਚਲੇ ਜਾਣ, ਰੇਟ ਹੀ ਸੁਣਨ ਤੇ ਚਲੇ ਜਾਣ। ਤੇ ਹੁਣ ਕਰਦਿਆਂ ਕਰਦਿਆਂ ਦਿਨ 4 ਘੜੀ ਰਹਿ ਗਿਆ ਜੀ। ਹਾਂਜੀ ਪਹੁੰਚ ਦੁਰਗ ਕੇ ਪੌਰ ਅਗਾਰੀ। ਔਰ ਐਨ ਕਰਦਿਆਂ ਕਰਦਿਆਂ ਬਾਬਾ ਜੀ ਵੀ ਹੌਲੀ ਹੌਲੀ ਕਿਲੇ ਦੇ ਦਰਵਾਜ਼ੇ ਤੇ ਲਾਗੇ ਹੀ ਪਹੁੰਚ ਗਏ ਜੀ। ਹਾਂਜੀ ਇਤਨੇ ਮਹਿ ਸੌਂਦੇ ਖਾਂ ਆਇਓ। ਆਖੋ ਵਾਹਿਗੁਰੂ। ਇੰਨੇ ਚਿਰ ਨੂੰ ਕਿਲੇ ਦੇ ਦਰਵਾਜ਼ੇ ਦੇ ਵਿੱਚੋਂ ਨਾ ਸੌਂਦੇ ਖਾਂ ਬਾਹਰ ਆਇਆ ਜੀ। ਸੌਂਦੇ ਖਾਂ ਕੌਣ ਹੈ? ਦਰੋਗਾ ਹੈਗਾ ਜੀ ਮੇਨ, ਜਿਹਦੀ ਕਸਟਡੀ ਦੇ ਵਿੱਚ ਘੋੜੇ ਹੈਗੇ ਨਾ ਜੀ, ਉਹਦਾ ਨਾਮ ਸੌਂਦੇ ਖਾਂ ਹੈ ਜੀ। ਹਾਇਨ ਸੇਵ ਪਰ ਜੋ ਠਹਿਰਾਇਓ। ਹਾਂਜੀ ਨਰ ਗਨ ਸੰਗ ਸੋ ਨਿਕਸਿਓ ਪੌਰ। ਹੁਣ ਦਰੋਗਾ ਸੀਗਾ, ਕੱਲਾ ਤੇ ਆਉਣਾ ਨਹੀਂ ਉਹਨੇ ਜੀ, ਉਹਦੇ ਨਾਲ ਕਈ ਬੰਦੇ ਸੀਗੇ ਜੀ। ਦਰੋਗਾ ਬਾਹਰ ਆ ਰਿਹਾ ਤੇ ਬਾਬਾ ਜੀ ਘਾਹ ਖਿਲਾ ਰਿਹਾ ਜੀ। ਹਾਂਜੀ ਐ ਪੰਡ ਖਿਲਾਰੀ ਘਾਹ ਦੀ ਜੀ, ਉਹਦੇ ਤੇ ਮੱਖੀ ਨਾ ਬਹਿਣ ਦੇਣ ਬਾਬਾ ਜੀ। ਹਾਂਜੀ ਵਿਧੀ ਚੰਦ ਦੇਖਿਓ ਤਿਸ ਓਰ। ਹਾਂਜੀ ਬੂਝਿਓ ਨਰਨ ਸੰਗ ਇਹ ਕੌਣ। ਹਾਂਜੀ ਆਵਤ ਧਰੇ ਭਲੇ ਪਟ ਉਹ ਜਾਣ। ਬਾਬਾ ਜੀ ਨੇ ਨਾਲ ਦੀ ਦੁਕਾਨ ਵਾਲੇ ਨੂੰ ਪੁੱਛਿਆ ਵੀ ਕੌਣ ਹੈ ਇਹ? ਇਹਦੇ ਨਾਲ ਬੜੇ ਲੋਕ ਜੇ ਆਏ ਆ ਅੰਦਰੋਂ। ਹਾਂਜੀ ਲੋਗਨ ਕਹਿਓ ਦਰੋਗਾ ਹੈ। ਹਾਂਜੀ ਸ਼ਾਹੋ ਤੋ ਰੰਗਨ ਪਰ ਇਹ ਰਹਾ। ਤੇ ਲੋਕ ਕਹਿਣ ਲੱਗੇ ਇਹ ਸਪੈਸ਼ਲ ਦਰੋਗਾ, ਸਪੈਸ਼ਲ ਉਚੇਚਾ ਬਾਦਸ਼ਾਹ ਨੇ ਘੋੜਿਆਂ ਦੀ ਰਾਖੀ ਵਾਸਤੇ ਰੱਖਿਆ ਇਹ ਦਰੋਗਾ। ਇਹਦਾ ਨਾਮ ਸੌਂਦੇ ਖਾਂ ਹੈਗਾ, ਸੌਂਦੇ ਖਾਂ। ਹਾਂਜੀ ਸੁਨ ਕਰ ਉਰਮੈ ਭਇਓ ਆਨੰਦ। ਉਹ ਹੁਣ ਬਾਬਾ ਜੀ ਨਾਲੇ ਤੁਰ ਘਾਹ ਤੇ ਮੱਖੀ ਨਾ ਬਹਿਣ ਦੇਣ ਜੀ ਕੋਈ। ਹਾਂਜੀ ਬਾਹਰ ਬੈਠੇ ਆ, ਉਹ ਚਿੱਟਾ ਜਿਹਾ ਤੱਪੜ ਵਿਛਾਇਆ, ਉੱਤੇ ਹਰਾ ਹਰਾ ਘਾਹ ਖਿਲਾ ਰਿਹਾ, ਮੱਖੀ ਨਾ ਬਹਿਣ ਦੇਣ ਉਹਦੇ ਤੇ। ਤੇ ਜਦੋਂ ਸੁਣਿਆ ਨਾ ਵੀ ਸੌਂਦੇ ਖਾਂ ਆਇਆ, ਤੇ ਬਾਬਾ ਬਿਧੀ ਚੰਦ ਜੀ ਬੜੇ ਖੁਸ਼ ਹੋਏ ਜੀ, ਬਹੁਤ ਹੀ ਖੁਸ਼ ਹੋ ਗਏ ਜੀ। ਤੇ ਮਨ ਵਿੱਚ ਕਹਿੰਦੇ ਆ, ਕਹਿਓ ਧੰਨ ਸ਼੍ਰੀ ਹਰਗੋਬਿੰਦ। ਮਨ 'ਚ ਕਹਿੰਦੇ ਧੰਨ ਹੀ ਹੈ ਗੁਰੂ ਹਰਗੋਬਿੰਦ ਸਾਹਿਬ ਤੂੰ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਮਨ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੂੰ ਧੰਨ ਧੰਨ ਕਹਿਣ ਲੱਗ ਪਏ ਜੀ। ਕਿਉਂ? ਹਾਂਜੀ ਪ੍ਰਥਮ ਦਿਵਸ ਹੀ ਮੇਲਾ ਕੀਓ। ਕਿ ਮਹਾਰਾਜ ਪਹਿਲੇ ਦਿਨ ਹੀ ਸੌਂਦੇ ਖਾਂ ਟਕਰਾਤਾ।
ਪਹਿਲੇ ਦਿਨ ਹੀ ਉਹਨੂੰ ਸਾਡੇ ਮੱਥੇ ਲਾ ਦਿੱਤਾ ਮੇਰੇ। ਹਾਂਜੀ, ਸਨੈ ਸਨੈ ਚੱਲ ਤਿਸ ਢਿੱਗ ਗਇਓ। ਉਹਨੇ ਚਿਰ ਨੂੰ ਉਹ ਸੌਂਦੇ ਖਾਂ ਹੌਲੀ ਹੌਲੀ ਆਉਂਦਾ ਨਾ ਜੀ, ਉਹ ਬਾਬਾ ਬਿਧੀ ਚੰਦ ਜੀ ਦੇ ਲਾਗੇ ਹੀ ਪਹੁੰਚ ਗਿਆ ਜੀ। ਪਿੱਛੇ ਕਲਾ ਤੇ ਮਹਾਰਾਜ 6ਵੇਂ ਪਾਤਸ਼ਾਹ ਦੀ ਵਰਤ ਰਹੀ ਸਾਰੀ ਦੀ। ਸੌਂਦੇ ਖਾਂ ਪਿਖਿਆ ਤ੍ਰਿਣ ਐਸੀ। ਸੌਂਦੇ ਖਾਂ ਨੇ ਵੇਖਿਆ ਇਹੋ ਜਿਹਾ ਘਾਹ। ਹਾਂਜੀ, ਬ੍ਰਿੰਦ ਬਡੂਰ ਮਣ ਹੋਇ ਜੈਸੀ। ਵੀ ਇਹ ਤੇ ਜਿਵੇਂ ਬਡੂਰਜ ਮਣੀ ਹੋਵੇ ਨਾ, ਉਹੋ ਜਿਹਾ ਘਾਹ ਹੈ। ਉਤੋਂ ਬਾਬਾ ਬਿਧੀ ਚੰਦ ਮੱਖੀ ਨਾ ਬਹਿਣ ਦੇਣ ਉਹਦੇ ਤੇ। ਉਹ ਵੇਖਣ ਵਾਲਾ ਵੀ ਸੋਚੇ ਵੀ ਬੜਾ ਕੀਮਤੀ ਘਾਹ ਲੱਗਦਾ ਹੈ। ਹਾਂਜੀ, ਮਨ ਬਿਰਮਾਇਓ ਨਿਕਟ ਹਕਾਰਾ। ਉਹਦਾ ਸੌਂਦੇ ਖਾਂ ਦਾ ਮਨ ਵੀ ਬੇਈਮਾਨ ਹੋ ਗਿਆ। ਮੈਂ ਪਹਿਲਾਂ ਬੇਨਤੀ ਕੀਤੀ ਸੀ, ਜਿਹੜੇ ਤੇ ਘਾਹ ਦੀ ਪਛਾਣ ਰੱਖਦੇ ਸੀ ਉਹਨਾਂ ਨੂੰ ਪਤਾ ਸੀ ਵੀ ਘਾਹ ਵਾਕਈ ਬੜਾ ਵਧੀਆ ਹੈ ਜੀ। ਸੌਂਦੇ ਖਾਂ ਦਾ ਮਨ ਵੀ ਬਿਰਮਾ ਗਿਆ ਜੀ, ਮਨ ਭਰਮ ਗਿਆ। ਤੇ ਸੌਂਦੇ ਖਾਂ ਨੇ ਬਾਬਾ ਬਿਧੀ ਚੰਦ ਜੀ ਨੂੰ ਲਾਗੇ ਸੱਦਿਆ ਨਿਜ ਸੰਗਨ ਕੇ ਸੰਗ ਉਚਾਰਾ। ਤੇ ਆਪਣੇ ਸਾਥੀ ਨੂੰ ਕਹਿਣ ਲੱਗਾ, ਇਹ ਤ੍ਰਿਣ ਚਾਰ ਨਾ ਕਬ ਹੈ ਹੇਰੇ। ਚਾਰ ਦਾ ਅਰਥ ਹੁੰਦਾ ਸੋਹਣਾ। ਉਹ ਕਹਿੰਦਾ ਵੇਖ ਹਾਂ, ਇਹੋ ਜਿਹਾ ਸੋਹਣਾ ਘਾਹ ਤੇ ਕਦੀ ਵੇਖਿਆ ਹੀ ਨਹੀਂ ਅਸੀਂ। ਹਾਂਜੀ, ਉਹ ਬਾਬਾ ਜੀ ਨਾ ਬੜੀ ਤਕਨੀਕ ਨਾਲ ਲੈ ਕੇ ਆਏ ਸੀਗੇ ਜੀ। ਥੋੜਾ ਜਿਹਾ ਕੂੜਾ ਘਾਹ ਕਿਤੇ ਉੱਗਿਆ ਉਹ ਕੱਟ ਲਿਆ, ਫਿਰ ਥੋੜਾ ਜਿਹਾ ਅੱਗੇ ਉੱਗਿਆ ਉਹਨੂੰ ਵੱਢ ਲਿਆ, ਥੋੜਾ ਜਿਹਾ ਅੱਗੇ ਗਿਆ ਉਹ ਵੀ ਪੁੱਟ ਲਿਆ। ਹਾਂਜੀ, ਬੜੀ ਤਕਨੀਕ ਨਾਲ ਲੈ ਕੇ ਆਏ ਸੀ। ਸੌਂਦੇ ਖਾਂ ਕਹਿੰਦਾ ਇਹੋ ਜਿਹਾ ਘਾਹ ਤੇ ਵੇਖਿਆ ਹੀ ਨਹੀਂ ਆਪਾਂ ਕਿਤੇ ਪਹਿਲਾਂ। ਨਫਰ ਨਾ ਅੰਨ ਹੈ ਆਹ ਕਨੇਰੇ। ਆ ਸਾਡੇ ਬੰਦੇ ਤੇ ਇਹੋ ਜਿਹਾ ਘਾਹ ਲੈ ਕੇ ਹੀ ਨਹੀਂ ਆਉਂਦੇ। ਇੰਨੇ ਬੰਦੇ ਲਾਏ ਆ ਘਾਹ ਤੇ, ਸਾਡੇ ਨੌਕਰ ਤਾਂ ਲੈ ਕੇ ਹੀ ਨਹੀਂ ਕਦੀ ਆਏ ਇਹੋ ਜਿਹਾ ਘਾਹ। ਇਹ ਦਿਲਬਾਗ ਉਚਿਤ ਹੈ ਖੈਬੇ। ਆਖੋ ਸ੍ਰੀ ਵਾਹਿਗੁਰੂ। ਉਹ ਬਸ ਮਹਾਰਾਜ ਨੇ ਕਿਰਪਾ ਕੀਤੀ ਤੇ ਸੌਂਦੇ ਖਾਂ ਆਪਣੇ ਨਾਲ ਦੇ ਬੰਦੇ ਨੂੰ ਕਹਿਣ ਲੱਗਾ, ਇਹ ਨਾ ਦਿਲਬਾਗ ਵਾਸਤੇ ਠੀਕ ਆ। ਤੇ ਬਾਬਾ ਬਿਧੀ ਚੰਦ ਜੀ ਲਾਗੇ ਖਲੋਤੇ ਸੀ। ਬਾਬਾ ਜੀ ਤੇ ਬਾਗੋ ਬਾਗ ਹੋ ਗਏ ਜੀ। ਹਾਂਜੀ, ਮੋਲ ਕਰਾਏ ਕਰੋ ਨਿਜ ਲੈਬੇ। ਕਹਿੰਦੇ ਮੁੱਲ ਕਰਾਓ, ਇਹਦਾ ਮੁੱਲ ਪਤਾ ਕਰੋ ਕਿੰਨੇ ਦਾ, ਇਹਨੂੰ ਪੁੱਛੋ। ਹਾਂਜੀ, ਵਿਧੀਏ ਨਿਕਟ ਗਇਓ ਸੁਖਮਾਨ। ਲੇਕਰ ਮਹਿ ਪਿਖ ਸੌਂਦੇ ਖਾਨ। ਹਾਂਜੀ, ਹਿਰਦੇ ਪ੍ਰਸੰਨ ਹੋਏ ਕਰ ਖੋਲਾ। ਹਾਂਜੀ, ਹਿਰਦੇ ਪ੍ਰਸੰਨ ਹੋਏ ਕਰ ਬੋਲਾ। ਕਹੋ ਘਾਈ ਕਿਆ ਦਹ ਇਸ ਮੋਲਾ। ਸੌਂਦੇ ਖਾਂ ਨੇ ਫਿਰ ਘਾਹ ਫੜਿਆ ਜੀ, ਵੇਖਿਆ ਹੱਥ ਲਾ ਕੇ ਵੀ ਕੂੜਾ ਹੈ। ਤੇ ਬਾਬਾ ਬਿਧੀ ਚੰਦ ਜੀ ਨੂੰ ਕਹਿਣ ਲੱਗਾ, ਦੱਸ ਫਿਰ ਘਾਈ ਇਹਦਾ ਮੁੱਲ ਕਿੰਨਾ ਹੀ। ਹਾਂਜੀ, ਨੀਕੇ ਥਾਨ ਕਹੂੰ ਤੇ ਲਿਆਵਾ। ਲੱਗਦਾ ਵੀ ਕਿਸੇ ਵਧੀਆ ਥਾਂ ਤੋਂ ਘਾਹ ਲੈ ਕੇ ਆਇਆ ਤੂੰ। ਹਾਂਜੀ, ਹਮ ਆਗੇ ਨਹਿ ਕਬ ਦਰਸਾਵਾ। ਅੱਗੇ ਤੇ ਕਦੀ ਅਸੀਂ ਇਹੋ ਜਿਹਾ ਘਾਹ ਨਹੀਂ ਵੇਖਿਆ। ਵੇਖੋ ਨਾ ਜੀ, ਥੋੜਾ ਬਹੁਤਾ ਉੱਗਿਆ ਵੇਖਿਆ ਹੋਏਗਾ, ਪਰ ਐਡੀ ਪੰਡ ਜਿਹੜੀ ਬਾਬਾ ਜੀ ਚੁਣ ਕੇ ਲੈ ਕੇ ਆਏ ਆ। ਸ਼ਾਹ ਹਾਇਨ ਕੇ ਖੈਬੇ ਜੋਗ। ਤੇ ਸੌਂਦੇ ਖਾਂ ਕਹਿਣ ਲੱਗਾ ਬਾਬਾ ਜੀ ਨੂੰ, ਇਹ ਤੇ ਬਾਦਸ਼ਾਹ ਦੇ ਘੋੜੇ ਖਾਣ ਤਾਂ ਗੱਲ ਬਣੇਗੀ, ਇਹੋ ਜਿਹਾ ਘਾਹ। ਹਾਂਜੀ, ਅਰ ਤੂੰ ਦਿਖੀਅਤ ਆਛੋ ਲੋਗ। ਤੇ ਉਤੋਂ ਫਿਰ ਬਾਬਾ ਬਿਧੀ ਚੰਦ ਜੀ ਬਾਣੀ ਪੜ੍ਹਨ ਵਾਲੇ ਹੈਗੇ ਜੀ। ਤੇ ਬਾਣੀ ਪੜ੍ਹਨ ਵਾਲਿਆਂ ਦੇ ਚਿਹਰੇ ਉੱਤੇ ਰੌਣਕਾਂ ਹੁੰਦੀਆਂ ਨੇ ਜੀ। ਸੌਂਦੇ ਖਾਂ ਕਹਿੰਦਾ ਵੀ ਤੂੰ ਬੰਦਾ ਵੀ ਬੜਾ ਵਧੀਆ ਲੱਗਦਾ, ਮੈਨੂੰ ਬੜਾ ਚੰਗਾ ਬੰਦਾ ਲੱਗਦਾ। ਹਾਂਜੀ, ਕਹਿ ਵਿਧੀਆ ਤੁਮ ਕਦਰ ਸ਼ਨਾਸ। ਤੇ ਬਾਬਾ ਬਿਧੀ ਚੰਦ ਜੀ ਕਿਹੜੇ ਘੱਟ ਨੇ। ਆਖੋ ਵਾਹਿਗੁਰੂ। ਵਾਹਿਗੁਰੂ। ਫੇਰ ਆਖੋ ਵਾਹਿਗੁਰੂ। ਬਾਬਾ ਬਿਧੀ ਚੰਦ ਕਹਿੰਦੇ ਵਾਹ 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 ਵਾਹ, ਤੂੰ ਕਦਰਦਾਨ ਬੰਦਾ ਕਹਿਣ ਲੱਗੇ ਹੈ, ਤੈਨੂੰ ਕਦਰ ਹੈਗੀ ਆ ਕਹਿੰਦੇ। ਹਾਂਜੀ, ਵੱਡ ਬੁੱਧ ਰਹੋ ਸ਼ਾਹੋ ਕੇ ਪਾਸ। ਹਾਂ, ਕਹਿੰਦਾ ਕਦਰਦਾਨ ਕਿਉਂ ਨਾ ਹੋਵੇ, ਤੂੰ ਰਹਿਣਾ ਵੀ ਤੇ ਬਾਦਸ਼ਾਹ ਦੇ ਕੋਲ ਹੈ, ਸ਼ਾਹ ਦੇ ਕੋਲ ਰਹਿਣਾ ਹੈ, ਤੇ ਸਿਆਣਾ ਤੂੰ ਕਿਉਂ ਨਾ ਹੋਵੇ ਜੀ। ਇੱਕ ਤਾਰੀਫ ਹੀ ਹੈਗੀ ਜੀ, ਕਰੀ ਜਾਓ ਤੇ ਬੰਦਾ ਮਾਰ ਦੋ ਭਾਵੇਂ ਜੀ। ਤਾਰੀਫ ਹੀ ਇਹੋ ਜਿਹੀ ਚੀਜ਼ ਹੈਗੀ ਹੈ। ਹਾਂਜੀ, ਮਮ ਔਰ ਬਿਖੈ ਕਾਮ ਨਾ ਘਨੀ। ਕਹਿਣ ਲੱਗਾ ਬਾਬਾ ਬਿਧੀ ਚੰਦ ਜੀ ਕਿ ਉਹਨੂੰ ਸੌਂਦੇ ਖਾਂ ਨੂੰ ਕਹਿੰਦੇ ਵੀ ਮੇਰੇ ਮਨ ਵਿੱਚ ਵੀ ਇਹੋ ਹੀ ਕਾਮਨਾ ਹੈਗੀ ਆ ਕਿ ਸਾਚੋ ਪਾਤਸ਼ਾਹ ਜਗ ਧਨੀ। ਵੀ ਇਹ ਜਿਹੜਾ ਘਾਹ ਹੈ ਨਾ, ਇਹ ਸੱਚੇ ਪਾਤਸ਼ਾਹ ਦੇ ਘੋੜੇ ਖਾਣ। ਗੱਜ ਕੇ ਆਖੋ ਵਾਹਿਗੁਰੂ। ਹੁਣ ਬਾਬਾ ਬਿਧੀ ਚੰਦ ਜੀ ਤੇ ਸੱਚੇ ਪਾਤਸ਼ਾਹ ਕਿਹਨੂੰ ਕਹਿੰਦੇ ਆ? ਗੁਰੂ ਹਰਗੋਬਿੰਦ ਸਾਹਿਬ ਨੂੰ। ਤੇ ਸੌਂਦੇ ਖਾਂ ਤਿੜੀ ਜਾਵੇ ਵੀ ਇਹ ਸ਼ਾਹਜਹਾਂ ਨੂੰ ਕਹਿ ਰਿਹਾ।
ਹਾਂਜੀ, ਉਹ ਹੁਣ ਜੁਗਤੀ ਵਰਤ ਲਈ ਨਾ ਬਾਬਾ ਜੀ ਨੇ ਜੀ। ਸੌਂਦੇ ਖਾਂ ਸੁਣ ਸੁਣ ਤਿੜੇ, ਵੀ ਸਾਡੇ ਬਾਦਸ਼ਾਹ ਨੂੰ ਇਹ ਸੱਚਾ ਪਾਤਸ਼ਾਹ ਕਹਿ ਰਿਹਾ। ਹਾਂਜੀ, ਤਿੰਨ ਕੋ ਤੁਰੰਗ ਤ੍ਰਿਣ ਕੋ ਖਾਏ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਜੀ ਮੈਂ ਤਾਂ ਇੰਨਾ ਵਧੀਆ ਘਾਹ ਲੈ ਕੇ ਆਇਆ ਨਾ, ਤੇ ਜਦੋਂ ਮੈਂ ਘਾਹ ਖੋਤਨਿਆ ਹਾਂ ਨਾ, ਮੇਰੇ ਮਨ ਦੀ ਉਦੋਂ ਹੀ ਇਹ ਕਾਮਨਾ ਸੀਗੀ ਵੀ ਇਹ ਘਾਹ ਸੱਚੇ ਪਾਤਸ਼ਾਹ ਦੇ ਘੋੜੇ ਛਕਣ। ਹਾਂਜੀ, ਇਸ ਹਿਤ ਕੀਨੋ ਅਧਿਕ ਉਪਾਏ। ਤੇ ਮੈਂ ਤੇ ਯਤਨ ਵੀ ਕੀਤੇ ਪਰ ਮੇਰੀ ਗੱਲ ਨਹੀਂ ਸੀ ਬਣੀ। ਹਾਂਜੀ, ਸਲਿਤਾ ਤਟ ਜਹ ਸ਼ੁਭ ਥਲ ਹੇਰੇ। ਹਾਂਜੀ, ਤਹ ਚਿਰੰਕਾਲ ਸੋ ਪ੍ਰੇਮ ਵਡੇਰੇ। ਤੇ ਬਾਅਦ ਚੋਂ ਬਾਬਾ ਬਿਧੀ ਚੰਦ ਕਹਿਣ ਲੱਗੇ ਜੀ ਰਾਵੀ ਦਰਿਆ ਦੇ ਕੰਢਿਓਂ ਲੈ ਕੇ ਆਇਆ ਲੱਭ ਲੱਭ ਕੇ, ਤੇ ਰਾਵੀ ਦਰਿਆ ਨਾਲ ਮੇਰਾ ਬੜਾ ਪਿਆਰ ਹੈਗਾ ਜੀ। ਉਹ ਆ ਗਈ ਨਾ ਗੱਲ ਜਿਹੜੀ ਕਥਾ ਦੀ ਆਰੰਭਤਾ ਤੇ ਆਖੀ ਸੀ। ਬਾਬਾ ਬਿਧੀ ਚੰਦ ਰਾਵੀ ਦਰਿਆ ਦੇ ਕੰਢੇ ਤੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਆ। ਕਿਉਂ? ਸੰਗਤ ਜੀ, ਬਾਬਾ ਜੀ ਦਾ ਰਾਵੀ ਦਰਿਆ ਨਾਲ ਪਿਆਰ ਹੈਗਾ ਜੀ। ਇਸੇ ਦਰਿਆ ਦੇ ਵਿੱਚ ਬਾਬਾ ਜੀ ਦੇ ਸਾਹਮਣੇ ਗੁਰੂ ਅਰਜਨ ਦੇਵ ਸਾਹਿਬ ਸਮਾਏ ਜੀ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਆਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਆਰਾਮ। ਇਸੇ ਦਰਿਆ ਤੇ ਹੋਇਆ ਸਾਰਾ ਕੁਝ। ਬਾਬਾ ਜੀ ਉਹਨੂੰ ਗੁਪਤ ਗੱਲ ਕਹਿ ਕੇ ਇਸ਼ਾਰੇ 'ਚ ਕਹਿੰਦੇ ਵੀ ਰਾਵੀ ਦਰਿਆ ਨਾਲ ਤਾਂ ਮੇਰਾ ਵੈਸੇ ਵੀ ਬੜਾ ਪਿਆਰ ਹੈ। ਹਾਂਜੀ, ਜਮੀਨ ਜਾਮਨੀ ਦੂਬ ਨਮੀਨ। ਬੁੱਧ ਬਲ ਧਰੇ ਬਟੋਰਨ ਕੀਨ। ਤੇ ਰਾਤ ਦਾ ਜੰਮਿਆ ਹੋਇਆ ਜਿਹੜਾ ਨਵਾਂ ਘਾਹ ਪੁੰਗਰਿਆ ਨਾ, ਲੱਭ ਲੱਭ ਕੇ ਮੈਂ ਲੈ ਕੇ ਆਇਆ। ਤੇ ਕਹਿੰਦੇ ਹਾਂਜੀ, ਮਮ ਔਰ ਭਈ ਕਾਮਨਾ ਪੂਰੀ। ਤੇ ਤੁਸੀਂ ਮਿਲ ਕੇ ਉਹ ਬਾਬਾ ਜੀ ਉਹਨੂੰ ਤੜਾਈ ਜਾਣ ਜੀ। ਆਖੋ ਵਾਹਿਗੁਰੂ। ਉਹ ਬੜੀ ਜੁਗਤੀ ਬਾਬਾ ਜੀ ਕੋ। ਕਹਿੰਦੇ ਹੁਣ ਤੁਸੀਂ ਮਿਲ ਪਏ ਤੇ ਮੇਰੀ ਤੇ ਕਾਮਨਾ ਹੀ ਪੂਰੀ ਹੋ ਗਈ ਹੈ। ਪਹੁੰਚੈ ਉਚਿਤ ਥਾਨ ਇਹ ਰੂਰੀ। ਜਿਸ ਥਾਂ ਵਾਸਤੇ ਇਹ ਘਾਹ ਖੋਤਿਆ ਹੁਣ ਉੱਥੇ ਪਹੁੰਚੇਗਾ। ਮੈਂ ਤੇ ਸੱਚੇ ਪਾਤਸ਼ਾਹ ਦੇ ਘੋੜੇ ਵਾਸਤੇ ਲਿਆਂਦਾ ਇਹ ਘਾਹ, ਸੱਚੇ ਪਾਤਸ਼ਾਹ ਦੇ। ਉਹ ਸਮਝੇ ਵੀ ਸਾਡੇ ਸ਼ਾਹਜਹਾਂ ਨੂੰ ਕਹਿੰਦੇ ਆ। ਹਾਂਜੀ, ਦੋਹਰਾ ਤੁਰੰਗ ਸੱਚੇ ਪਾਤਸ਼ਾਹ ਕੋ, ਜੇ ਕਰ ਮਮ ਤ੍ਰਿਣ ਖਾਹੇ। ਤੇ ਹੁਣ ਵੇਖੋ ਬਾਬਾ ਬਿਧੀ ਚੰਦ ਜੀ ਦੀ ਸਕੀਮ। ਉਹ ਮਹਾਰਾਜ ਜੀ ਵਰਤਦੇ ਆ ਨਾ। ਹੁਣ ਬਾਬਾ ਜੀ ਨੇ ਉਹ ਜਿਹੜਾ ਇੱਕ ਚਾਂਦੀ ਦਾ ਸਿੱਕਾ ਮੁੱਲ ਰੱਖਿਆ ਨਾ ਜੀ, ਉਹ ਵੀ ਲਾਤਾ ਜੀ। ਕਹਿੰਦੇ ਵੀ ਜੇ ਤੇ ਸੱਚੇ ਪਾਤਸ਼ਾਹ ਦੇ ਘੋੜੇ ਘਾਹ ਛਕ ਲੈਣ, ਦੇਹੋਂ ਸੋ ਲੇਵੋਂ ਹਰਖ ਧਰ, ਨਾਹੇ ਕਰੂੰ ਮੈਂ ਨਾਹੇ। ਤੇ ਫਿਰ ਤੁਸੀਂ ਮੈਨੂੰ ਜੋ ਮਰਜ਼ੀ ਦੇ ਦਿਓ ਮੈਂ ਲੈ ਲਾਂਗਾ, ਮੈਂ 1 ਰੁਪਈਆ ਮੁੱਲ ਨਹੀਂ ਲਵਾਂਗਾ। ਜੋ ਕਹੋਗੇ ਉਹ ਲੈ ਲਾਂਗਾ। ਹੈਂ, ਕਹਿਣ ਲੱਗੇ ਬਾਦਸ਼ਾਹ ਦੇ ਘੋੜੇ ਖਾ ਲੈਣ, ਮੇਰੇ ਲਈ ਇਹੋ ਹੀ ਬੜੀ ਵੱਡੀ ਗੱਲ ਹੈਗੀ ਆ। ਉਹ ਸੌਂਦੇ ਖਾਂ ਹੋਰ ਖੁਸ਼ ਹੋ ਗਿਆ ਜੀ। ਹਾਂਜੀ, ਚੌਪਈ ਸੁਨ ਪ੍ਰਸੰਨ ਸੌਂਦੇ ਖਾਂ ਭਇਓ। ਸੁਣ ਕੇ ਸੌਂਦੇ ਖਾਂ ਹੋਰ ਖੁਸ਼ ਹੋਇਆ ਵੀ ਇਹ ਤੇ ਬਹੁਤੀ ਵਧੀਆ ਗੱਲ ਹੋ ਗਈ ਹੈ। ਜੋ ਮੈਂ ਸੋਚਦਾ ਹਾਂ ਉਹੋ ਜਿਹਾ ਘਾਹ ਲੱਭ ਗਿਆ। ਨਾਲੇ ਐਡਾ ਸ਼ਰਧਾਲੂ ਬਾਦਸ਼ਾਹ ਦਾ, ਉਹ ਤੇ ਬਾਦਸ਼ਾਹ ਹੀ ਸਮਝਦਾ ਹੈ ਨਾ। ਹਾਂਜੀ, ਗਿਰਾ ਮਧੁਰ ਜਨ ਮੋਹਨ ਕਯੋ। ਤੇ ਸੌਂਦੇ ਖਾਂ ਸੋਚਦਾ ਨਾਲੇ ਆ ਭਾਈ ਨਾ ਬੋਲ ਬੜੇ ਮਿੱਠੇ ਬੋਲਦਾ। ਆਖੋ ਵਾਹਿਗੁਰੂ। ਹੈਂ, ਐਡੇ ਸੋਹਣੇ ਸੋਹਣੇ ਬੋਲ ਬੋਲਦਾ। ਮਿੱਠੀ ਬੋਲੀ ਸਭ ਨੂੰ ਭਾ ਜਾਂਦੀ ਹੈ ਜੀ। ਕੋਮਲ ਬਾਣੀ ਸਭ ਕੋ ਸੰਤੋਖ ਹੈ। ਮਹਾਰਾਜ ਬਾਣੀ 'ਚ ਕਹਿੰਦੇ ਆ ਜਿਹੜੇ ਮਿੱਠੇ ਬੋਲ ਨੇ ਸਾਰਿਆਂ ਨੂੰ ਚੰਗੇ ਲੱਗਦੇ ਆ ਜੀ। ਹਾਂਜੀ, ਲੈ ਨਿਜ ਸੰਗ ਦੁਰਗ ਮੈਂ ਗਮਨਿਓ। ਉਹ ਕਮਾਲ ਹੋ ਗਈ ਜੀ, ਕਮਾਲ ਹੋ ਗਈ। ਉਹ ਫਿਰ ਸਾਧ ਸੰਗਤ ਜੀ ਸੌਂਦੇ ਖਾਂ ਬਾਬਾ ਬਿਧੀ ਚੰਦ ਜੀ ਨੂੰ ਕਹਿੰਦੇ ਵੀ ਚੁੱਕ ਘਾਹ ਦੀ ਪੰਡ ਤੇ ਮੇਰੇ ਨਾਲ ਕਿਲੇ 'ਚ ਚੱਲ। ਤੇ ਬਾਬਾ ਬਿਧੀ ਚੰਦ ਕਰਨ ਸ਼ੁਕਰ 6ਵੇਂ ਪਾਤਸ਼ਾਹ ਦਾ। ਮਹਾਰਾਜ ਬੜੀ ਕਿਰਪਾ ਕੀਤੀ ਤੇ ਪਹਿਲੇ ਦਿਨ ਹੀ ਕਿਲੇ 'ਚ ਪਹੁੰਚਾਤਾ ਜੇ, ਜਿੱਥੇ ਪਤਾ ਹੀ ਨਹੀਂ ਸੀਗਾ ਵੀ ਕਦੋਂ ਪਹੁੰਚਣਾ ਜੀ। ਪਹਿਲੇ ਦਿਨ ਹੀ ਕਿਲੇ 'ਚ ਪਹੁੰਚਾਤਾ ਤੇ ਘੋੜਿਆਂ ਦੇ ਕੋਲ ਪਹੁੰਚਾਤਾ। ਪੰਡ ਚੁੱਕੀ ਤੇ ਨਾਲ ਨਾਲ ਤੁਰ ਪਏ ਤੇ ਸੌਂਦੇ ਖਾਂ ਆਪਣੇ ਨਾਲ ਹੀ ਲੈ ਗਿਆ ਜੀ। ਤੇ ਜਦੋਂ ਸੌਂਦੇ ਖਾਂ ਦੇ ਮਗਰ ਮਗਰ ਬਾਬਾ ਜੀ ਚੱਲਣ ਦੇ, ਉਹ ਹੁਣ ਦਰੋਗਾ, ਉਹਨੂੰ ਥੋੜ੍ਹੀ ਕਿਸੇ ਸਿਪਾਹੀ ਨੇ ਰੋਕਣਾ। ਤੇ ਜਦੋਂ ਫਿਰ ਇਸ ਤਰ੍ਹਾਂ ਵੱਡਿਆਂ ਦੇ ਨਾਲ ਜਾਈਏ ਤਾਂ ਛੋਟਿਆਂ ਨੂੰ ਕੋਈ ਰੋਕਦਾ ਨਹੀਂ ਹੁੰਦਾ ਜੀ। ਚਲੋ ਬਾਬਾ ਜੀ ਤੇ ਵੈਸੇ ਬਹੁਤ ਵੱਡੇ ਆ, ਪਰ ਉਸ ਸਮੇਂ ਤੇ ਘਾਈ ਦਾ ਹੀ ਰੋਲ ਪਲੇ ਕਰ ਰਹੇ ਨੇ ਨਾ। ਹਾਂਜੀ,
ਲੱਖ ਘਾਹੀ ਟੋਕਿਓ ਨਹਿ ਕਵਨਿਓ। ਉਹ ਫਿਰ ਲੋਕਾਂ ਵੀ ਸਮਝਿਆ ਵੀ ਘਾਈ ਆ, ਸੌਂਦੇ ਖਾਂ ਦੇ ਮਗਰ ਜਾਂਦੇ ਆ। ਸਿਪਾਹੀਆਂ ਨੇ ਸੋਚਿਆ, ਕਿਸੇ ਨੇ ਵੀ ਬਾਬਾ ਬਿਧੀ ਚੰਦ ਜੀ ਨੂੰ ਰੋਕਿਆ ਹੀ ਨਹੀਂ ਜੀ। ਹਾਂਜੀ, ਜਹ ਗੁਲਬਾਗ ਦੁਤੀਆ ਦਿਲਬਾਗ। ਬਸ ਫਿਰ ਪਹੁੰਚ ਗਏ ਜੀ ਨਿਸ਼ਾਨੇ ਤੇ ਬਾਬਾ ਜੀ, ਜਿੱਥੇ ਦਿਲਬਾਗ ਤੇ ਗੁਲਬਾਗ। ਹਾਂਜੀ, ਰੇਸ਼ਮ ਡੋਰ ਸੰਗ ਲਗ ਸਾਕ। ਰੇਸ਼ਮ ਦੀਆਂ ਡੋਰਾਂ ਨਾਲ ਬਣਾਏ ਹੀ ਰਾਜੇ ਨੇ ਜੀ। ਹੈਂ ਵੀ ਦੂਜੇ ਰਸਿਆਂ ਨਾਲ ਨਹੀਂ ਬੰਨਣੇ, ਕਿਤੇ ਨਿਸ਼ਾਨ ਨਾ ਪੈ ਜਾਣ। ਸੋਹਣੇ ਬੜੇ ਹੀ ਨਾ ਜੀ ਉਹ ਘੋੜੇ, ਰੇਸ਼ਮ ਦੀਆਂ ਡੋਰਾਂ ਨਾਲ ਬੰਨੇ ਹੋਏ ਸੀਗੇ ਉਹ ਘੋੜੇ। ਮ੍ਰਿਦੁਲ ਸਥਾਨ ਖਰੇ ਗੁਣ ਖਰੇ। ਹਾਂਜੀ, ਤਨ ਕੋ ਚਹੋ ਨਹਿ ਲਾਗਨ ਪਰੇ। ਬੜੀ ਸੋਹਣੀ ਥਾਂ ਦੇ ਉੱਤੇ ਚੰਗੇ ਗੁਣਾਂ ਵਾਲੇ ਘੋੜੇ ਖੜੇ ਕੀਤੇ ਸੀਗੇ। ਤੇ ਉਸ ਥਾਂ ਦੇ ਉੱਤੇ ਨਾ ਘੱਟਾ ਮਿੱਟੀ ਨਹੀਂ ਬਾਦਸ਼ਾਹ ਕਹਿੰਦਾ ਰਹਿਣਾ ਚਾਹੀਦਾ। ਘੋੜਿਆਂ ਦੇ ਸਰੀਰਾਂ ਦੇ ਜਿਹੜੇ ਵਾਲ ਸੀ ਨਾ ਉੱਪਰਲੇ, ਬੜੇ ਸਿਲਕੀ ਸੀਗੇ ਜੀ। ਤੇ ਉਹਨੂੰ ਇਹ ਸੀ ਵੀ ਰੇਸ਼ਮੀ ਦੇ ਵਾਲ ਹੈ, ਜੇ ਕੋਈ ਚੀਜ਼ ਜੰਮ ਗਈ ਤੇ ਦਾਗ ਨਾ ਪੈ ਜਾਵੇ ਘੋੜਿਆਂ ਤੇ। ਹਾਂਜੀ, ਮੂਤਰ ਪੁਰੀਖ ਦਾਸ ਲੈ ਉੱਚੇ। ਹਾਂ, ਮੂਤਰ ਪੁਰੀਖ ਦਾਸ ਨੇ ਉੱਚੇ। ਜੇ ਉਹ ਮਲ ਮੂਤਰ ਵੀ ਕਰਦੇ, ਲਿੱਦ ਵੀ ਕਰਦੇ ਨਾ ਜੀ, ਤੇ ਹੁਕਮ ਸੀਗਾ ਬਾਦਸ਼ਾਹ ਦਾ ਵੀ ਉਸੇ ਵੇਲੇ ਹੀ ਲਾਗੋਂ ਚੁੱਕਣੀ ਹੈ, ਉਸੇ ਵੇਲੇ ਹੀ ਸਾਫ਼ ਕਰਨੀ ਹੈ। ਇਹਨਾਂ ਘੋੜਿਆਂ ਦੇ ਲਾਗੇ ਗੰਦਗੀ ਨਹੀਂ ਹੋਣੀ ਚਾਹੀਦੀ। ਹਾਂਜੀ, ਲਗਨ ਨਾ ਦੇਤ ਥਾਨ ਰੱਖ ਸੂਚੇ। ਸੋ ਘੋੜਿਆਂ ਦਾ ਮੂਤਰ ਵੀ ਉਹਨਾਂ ਨੂੰ ਲੱਗਣ ਨਹੀਂ ਦਿੰਦੇ, ਲਿੱਦ ਵੀ ਨਹੀਂ ਲੱਗਣ ਦਿੰਦੇ। ਨਹੀਂ ਤਾਂ ਘੋੜਿਆਂ ਨੂੰ ਉਹਨਾਂ ਦੀ ਲਿੱਦ ਤੇ ਲੱਗ ਹੀ ਜਾਂਦੀ ਹੈ ਜੀ। ਲਿੱਦ ਤੱਕ ਨਹੀਂ ਲੱਗਣ ਦਿੰਦਾ ਬਾਦਸ਼ਾਹ। ਹਾਂਜੀ, ਸੌਂਦੇ ਖਾਨ ਭਨਿਓ ਇਨ ਪਾਵੋ। ਤੇ ਲਓ ਜੀ ਲਓ, ਕਮਾਲ ਹੋ ਗਈ। ਅੱਜ ਪਹਿਲਾ ਹੀ ਦਿਨ ਹੈ ਤੇ ਬਾਬਾ ਬਿਧੀ ਚੰਦ ਜੀ ਪਹੁੰਚ ਗਏ ਜੀ ਉੱਥੇ ਘੋੜਿਆਂ ਦੇ ਸਾਹਮਣੇ। ਤੇ ਸੌਂਦੇ ਖਾਂ ਕਹਿੰਦਾ ਇਹਨਾਂ ਨੂੰ ਘਾਹ ਪਾ ਦੇ। ਹਾਂਜੀ, ਚਾਰ ਭਲੇ ਇਨ ਹਟ ਕਰ ਆਵੋ। ਤੇ ਪਰ ਕਹਿੰਦਾ ਇੰਜ ਨਹੀਂ ਹੋਣਾ, ਆਪਣਾ ਤੱਪੜ ਝਾੜ ਪਹਿਲਾਂ ਬਾਹਰ। ਹੈਂ, ਇਹ ਇੱਥੇ ਘੱਟਾ ਮਿੱਟੀ ਨਹੀਂ ਆਉਣ ਦੇਣਾ। ਅਸੀਂ ਪਹਿਲਾਂ ਚੰਗੀ ਤਰ੍ਹਾਂ ਘਾਹ ਨੂੰ ਵੀ ਝਾੜ ਚੰਗੀ ਤਰ੍ਹਾਂ, ਤੇ ਫਿਰ ਪਾਉਣਾ ਹੀ ਇਹਨਾਂ ਨੂੰ। ਹਾਂਜੀ, ਵਿਧੀਏ ਸੁਨ ਟਿਗ ਹੋਇ ਤ੍ਰਿਨ ਡਾਰੇ। ਤੇ ਬਾਬਾ ਬਿਧੀ ਚੰਦ ਜੀ ਨੇ ਫਿਰ ਨੇੜੇ ਹੋ ਕੇ ਘਾਹ ਪਾਇਆ ਜੀ। ਹਾਂਜੀ, ਬਾਰ ਬਾਰ ਨੀਕੇ ਤਬ ਝਾਰੇ। ਪਰ ਉਸ ਘਾਹ ਨੂੰ ਝਾੜਿਆ ਜੀ, ਬਾਰ-ਬਾਰ ਝਾੜਿਆ ਤੇ ਫਿਰ ਘੋੜਿਆਂ ਨੂੰ ਪਾਇਆ ਜੀ। ਹਾਂਜੀ, ਗੁਰ ਪ੍ਰੇਰੇ ਹਾਇ ਖਾਵਤ ਐਸੇ। ਹਾਂਜੀ, ਹੁਤੇ ਸ਼ੁੱਧਤ ਇੱਕ ਬਾਸੁਰ ਜੈਸੇ। ਜਾਨਵਰ ਵਿੱਚ ਬੜੀ ਕਲਾ ਪਰਮੇਸ਼ਰ ਨੇ ਪਾਈ ਹੈ। ਘੋੜਿਆਂ ਨੂੰ ਵੀ ਪਤਾ ਹੈ ਵੀ ਜਿਹੜਾ ਘਾਹ ਪਾ ਰਿਹਾ ਇਹ ਸਾਡਾ ਆਪਣਾ ਹੈਗਾ ਹੈ। ਬਾਬਾ ਬਿਧੀ ਚੰਦ ਜੀ ਬਾਰੇ ਉਹਨਾਂ ਨੂੰ ਪਤਾ, ਇਹ ਸਾਡਾ ਆਪਣਾ ਹੈ। ਆਏ ਤੇ ਅਸੀਂ ਗੁਰੂ ਸਾਹਿਬ ਵਾਸਤੇ ਹਾਂ, ਰਸਤੇ 'ਚ ਖੋਹ ਲਿਆ ਸਾਨੂੰ। ਵੇਖੋ ਉਹਨਾਂ ਜਨਮ ਲਿਆ ਜੀ, ਉਹਨਾਂ ਦੀ ਸੇਵਾ ਲੱਗੀ ਘੋੜਿਆਂ ਦੀ। ਘੋੜੇ ਬਾਬਾ ਬਿਧੀ ਚੰਦ ਜੀ ਦੇ ਹੱਥੋਂ ਘਾਹ ਬੜੇ ਆਨੰਦ ਨਾਲ ਛਕਣ, ਜਿਵੇਂ ਬੜੇ ਚਿਰ ਦੇ ਭੁੱਖੇ ਹੁੰਦੇ ਆ ਜੀ। ਹਾਂਜੀ, ਉੱਠਿਓ ਤੁਰੰਗਨ ਕੇ ਪਗ ਪਰਿਓ। ਵਾਹ ਜੀ ਵਾਹ, ਆਖੋ ਵਾਹਿਗੁਰੂ। ਵਾਹ। ਤੇ ਘਾਹ ਛਕਾ ਕੇ ਨਾ ਤੇ ਬਾਬਾ ਬਿਧੀ ਚੰਦ ਜੀ ਦਿਲਬਾਗ ਤੇ ਗੁਲਬਾਗ ਨੂੰ ਮੱਥਾ ਟੇਕਣ ਲੱਗ ਪਏ ਜੀ। ਉਹਨਾਂ ਦੇ ਪੌੜਾਂ ਤੇ ਮੱਥਾ ਟੇਕਣ। ਤੇ ਉਹ ਸੌਂਦੇ ਖਾਂ ਕਹਿੰਦਾ ਵੀ ਕਾਈ ਇਹ ਕੀ ਕਰਨੇ ਆ, ਘੋੜਿਆਂ ਨੂੰ ਕਿਉਂ ਮੱਥਾ ਟੇਕਣੇ ਆ। ਹਾਂਜੀ, ਸਭਨ ਸੁਨਾਵਤ ਬਾਕ ਉਚਰਿਓ। ਤੇ ਬਾਬਾ ਬਿਧੀ ਚੰਦ ਜੀ ਗੱਲਾਂ ਬਾਤਾਂ 'ਚ ਬੜੇ ਸਿਆਣੇ ਨੇ ਜੀ, ਕਿ ਬਾਬਾ ਜੀ ਕੋਈ ਸਧਾਰਨ ਪੁਰਸ਼ ਤਾਂ ਹੈ ਹੀ ਨਹੀਂ। ਬਾਬਾ ਜੀ ਉੱਚੀ ਸਾਰਿਆਂ ਨੂੰ ਸੁਣਾ ਕੇ ਕਹਿੰਦੇ ਆ, ਸਾਚੇ ਪਾਤਸ਼ਾਹ ਕੇ ਘੋਰੇ ਬੰਦਨੀਏ ਹਮਕੋ ਕਰ ਜੋਰੇ। ਕਹਿੰਦਾ ਮੱਥਾ ਕਿਉਂ ਨਾ ਟੇਕਾਂ, ਸਾਡੇ ਸੱਚੇ ਪਾਤਸ਼ਾਹ ਦੇ ਘੋੜੇ ਨੇ, ਮੱਥਾ ਕਿਉਂ ਨਾ ਟੇਕਾਂ। ਬਾਬਾ ਜੀ ਕਹਿੰਦੇ ਇਹ ਤਾਂ ਪੂਜਣ ਯੋਗ ਨੇ। ਉਹ ਇਹ ਗੱਲ ਸੁਣ ਕੇ ਸੌਂਦੇ ਖਾਂ ਹੋਰ ਖੁਸ਼ ਹੋ ਗਿਆ ਜੀ, ਗੱਜ ਕੇ ਆਖੋ ਵਾਹਿਗੁਰੂ। ਵੀ ਇਹ ਤੇ ਬੰਦਾ ਹੀ ਬੜਾ ਵਧੀਆ, ਸਾਡੇ ਬਾਦਸ਼ਾਹ ਦਾ ਇੰਨਾ ਸਤਿਕਾਰ। ਤੇ ਸੌਂਦੇ ਖਾਂ ਨੂੰ ਕੀ ਪਤਾ ਇਹ ਸੱਚਾ ਪਾਤਸ਼ਾਹ ਸ਼ਾਹਜਹਾਂ ਨੂੰ ਨਹੀਂ, ਇਹ ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿ ਰਿਹਾ ਹੈ। ਦਿਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ।
ਦਿਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ। ਦਿਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ। ਬਾਬਾ ਜੀ ਘੋੜਿਆਂ ਨੂੰ ਮੱਥਾ ਟੇਕੀ ਜਾਣ, ਕਹਿੰਦੇ ਕਿਉਂ ਨਾ ਟੇਕੀਏ, ਸਾਡੇ ਸੱਚੇ ਪਾਤਸ਼ਾਹ ਦੇ ਘੋੜੇ ਨੇ। ਹਾਂਜੀ, ਏਕ ਰਜਤਪਣ ਦੀਨ ਦਰੋਗੇ। ਉਹ ਫਿਰ ਦਰੋਗੇ ਨੇ ਉਸ ਸਮੇਂ ਬੜਾ ਮਹਿੰਗਾ ਘਾਹ ਲਾਇਆ ਬਾਬਾ ਬਿਧੀ ਚੰਦ ਜੀ ਨੇ ਜੀ। ਇੱਕ ਚਾਂਦੀ ਦਾ ਸਿੱਕਾ, ਹਾਂਜੀ, ਇੱਕ ਚਾਂਦੀ ਦਾ ਸਿੱਕਾ ਕੱਢ ਕੇ ਉਸੇ ਵੇਲੇ ਬਾਬਾ ਬਿਧੀ ਚੰਦ ਜੀ ਨੂੰ ਦਿੱਤਾ। ਆਛੋ ਜਾਨ ਅਧਿਕ ਹੀ ਜੋਗੇ। ਕਹਿਣ ਲੱਗੇ ਵੀ ਇਹ ਘਾਹ ਵੀ ਬੜਾ ਵਧੀਆ ਤੇ ਤੂੰ ਵੀ ਬੜਾ ਵਧੀਆ। ਬਾਬਾ ਬਿਧੀ ਚੰਦ ਜੀ ਨੂੰ ਕਹਿੰਦੇ। ਹਾਂਜੀ, ਨਿਕਸਤ ਦੁਰਗ ਦੇਖ ਚਹੁ ਓਰੇ। ਹਾਂਜੀ, ਮੁਸ਼ਕਲ ਮਹਾ ਨਿਕਸ ਨੇ ਘੋਰੇ। ਤੇ ਚਲੋ ਹੁਣ ਘਾਹ ਖਵਾਤਾ ਤੇ ਹੁਣ ਚੱਲੋ ਇੱਥੋਂ। ਤੇ ਬਾਬਾ ਜੀ ਬਾਹਰ ਨਿਕਲ ਰਹੇ ਆ ਤੇ ਸਾਰਾ ਵੇਖਣ ਦੇ ਕਿੱਥੇ ਕਿੱਥੇ ਦਰਵਾਜ਼ਾ, ਕਿੱਥੇ ਕਿੱਥੇ ਕੀ ਘੋੜੇ ਜੋ ਕੱਢਣੇ ਆ। ਤੇ ਸੋਚਣ ਦੇ ਵੀ ਕਿਲੇ ਦੇ ਵਿੱਚੋਂ ਘੋੜੇ ਕੱਢਣੇ ਬੜੇ ਔਖੇ ਹੈਗੇ ਆ। ਕਿਲੇ ਦੇ ਵਿੱਚੋਂ ਤੇ ਕੱਢਣੇ ਔਖੇ ਆ, ਪੈਰੇ ਬੜੇ ਆ, ਦਰਵਾਜ਼ੇ ਬੜੇ ਆ। ਪਰ ਹੁਣ ਬਾਹਰ ਆ ਗਏ ਜੀ। ਹਾਂਜੀ, ਆਨ ਬਾਜ਼ਾਰ ਟਕੇ ਤਸਲੀਨ। ਤੇ ਸਰਕਾਰੀ ਪੈਸੇ ਵਰਤਨੇ ਨਹੀਂ ਬਾਬਾ ਬਿਧੀ ਚੰਦ ਜੀ ਨੇ, ਉਹ ਤੇ ਮਹਾਰਾਜ ਨੇ ਵੀ ਨਹੀਂ ਵਰਤੇ ਜੀ। ਜਦੋਂ ਮਹਾਰਾਜ ਗਵਾਲੀਅਰ ਗਏ ਆ ਤੇ ਮਹਾਰਾਜ ਸਿੱਖਾਂ ਨੂੰ ਕਹਿੰਦੇ ਸੀ ਕਿਰਤ ਕਰੋ। ਤੇ ਭਾਈ ਜੇਠਾ ਜੀ ਤੇ ਬਾਬਾ ਬਿਧੀ ਚੰਦ ਜੀ ਠਠਿਆਰਾਂ ਦੀ ਬਸਤੀ 'ਚ ਜਾ ਕੇ ਉੱਥੋਂ ਪੈਸੇ ਕਮਾ ਕੇ ਅੰਨ ਲਿਆਉਂਦੇ ਸੀ ਤੇ ਫਿਰ ਮਹਾਰਾਜ ਪ੍ਰਸ਼ਾਦਾ ਛਕਦੇ ਸੀਗੇ ਜੀ। ਸਰਕਾਰੀ ਮਾਇਆ ਥੋੜ੍ਹੀ ਛਕਣੀ ਸੀਗੀ ਜੀ। ਬਾਬਾ ਜੀ ਨੇ ਕੀ ਕੀਤਾ ਜੀ, ਉਹ 1 ਰੁਪਈਆ ਤੜਾਇਆ ਜੀ, ਉਹਦੇ ਟਕੇ ਲਏ ਜੀ। ਹਾਂਜੀ, ਰੰਕਨ ਬ੍ਰਿੰਦ ਖਰਾਇਤ ਦੀਨ। ਤੇ ਮੰਗਣ ਵਾਲਿਆਂ ਨੂੰ ਵੰਡ ਦਿੱਤੇ ਜੀ, ਆਪ ਨਹੀਂ ਕੋਲ ਰੱਖੇ। ਵੇਖੋ ਗੁਰਸਿੱਖਾਂ ਦਾ ਕਿੰਨਾ ਉੱਚਾ ਜੀਵਨ ਹੈਗਾ ਸਾਧ ਸੰਗਤ ਜੀ। ਹਾਂਜੀ, ਤਿਮਰ ਭਏ ਜੀਵਨ ਕੇ ਧਾਮ। ਰਾਤ ਪਈ ਤੇ ਫਿਰ ਉਸੇ ਸਿੱਖ ਦੇ ਘਰ ਪਹੁੰਚ ਗਏ ਜੀ। ਹੁਣ ਵੇਖੋ ਪਹਿਲੇ ਦਿਨ ਲਾਹੌਰ ਆਏ ਜੀ, ਤੇ ਪਹਿਲੇ ਦਿਨ ਉੱਥੇ ਪਹੁੰਚਣਾ ਹੀ ਬੜਾ ਔਖਾ ਸੀ। ਪਰ ਬਾਬਾ ਜੀ ਸਕੀਮੀ ਏਡੇ ਜੀ, ਪਹਿਲੇ ਦਿਨ ਪਹੁੰਚੇ ਵੀ, ਦਰੋਗੇ ਨੂੰ ਵੀ ਖੁਸ਼ ਕਰ ਲਿਆ ਤੇ ਘੋੜਿਆਂ ਦੀ ਵੀ ਖੁਸ਼ੀ ਲੈ ਲਈ ਜੀ। ਹਾਂਜੀ, ਤਿਮਰ ਭਏ ਜੀਵਨ ਕੇ ਧਾਮ। ਰਾਤ ਪਈ ਤੇ ਫਿਰ ਭਾਈ ਜੀਵਨ ਜੀ ਦੇ ਘਰ ਪਹੁੰਚ ਗਏ ਜੀ। ਖਾਨ ਪਾਨ ਕੀਨਸ ਅਬਿਸਰਾਮ। ਤੇ ਭਾਈ ਜੀਵਨ ਜੀ ਨੇ ਪ੍ਰਸ਼ਾਦਾ ਪਾਣੀ ਛਕਾਇਆ ਜੀ। ਤੇ ਫਿਰ ਬਾਬਾ ਬਿਧੀ ਚੰਦ ਜੀ ਨੇ ਆਰਾਮ ਕੀਤਾ। ਜਾਗਿਓ ਰਹੀ ਜਾਮਨੀ ਜਾਮੂ। ਇੱਕ ਪਹਿਰ ਰਾਤ ਰਹਿੰਦਿਆਂ ਬਾਬਾ ਜੀ ਫਿਰ ਉੱਠ ਗਏ ਜੀ, ਸਾਵਧਾਨ ਹੋ ਗਏ। ਸਿਮਰਤ ਸ਼੍ਰੀ ਸਤਿਗੁਰ ਸਤਨਾਮੂ। ਤੇ ਉੱਠਦਿਆਂ ਸਾਰੀ ਪਹਿਲਾਂ ਗੁਰਮੰਤਰ ਦਾ ਜਾਪ ਕੀਤਾ, ਵਾਹਿਗੁਰੂ 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 ਵਾਹਿਗੁਰੂ। ਉੱਠਦਿਆਂ ਸਾਰ ਗੁਰਮੰਤਰ ਦਾ ਜਾਪ ਕੀਤਾ ਜੀ। ਹਾਂਜੀ, ਅਰਣਾਉਂਦੇ ਨਿਕਸਿਓ ਪੁਰਸ਼ੋਰ। ਫਿਰ ਸੂਰਜ ਚੜ ਗਿਆ ਤੇ ਫਿਰ ਲਾਹੌਰ ਸ਼ਹਿਰ ਚੋਂ ਬਾਹਰ ਗਏ ਬਾਬਾ ਜੀ। ਗਇਓ ਤ੍ਰਿਣਨ ਕੋ ਸਲਿਤਾ ਔਰ। ਤੇ ਰਾਵੀ ਦੇ ਕੰਢੇ ਗਏ ਵੀ ਅੱਜ ਫਿਰ ਘਾਹ ਦੀ ਤਿਆਰੀ ਕਰੀਏ ਤੇ ਕਿਸੇ ਤਰੀਕੇ ਦੇ ਨਾਲ ਸਤਿਗੁਰਾਂ ਦੇ ਘੋੜਿਆਂ ਤੱਕ ਪਹੁੰਚ ਗਏ। ਉਹ ਫਿਰ ਹੁਣ ਕੱਲ ਨੂੰ ਸੁਣਾਂਗੇ ਜੀ, ਅਗਲੇ ਦਿਨ ਦਾ ਪ੍ਰਸੰਗ ਕੱਲ ਨੂੰ ਸੁਣਾਂਗੇ। ਅੱਜ ਬੜਾ ਵੱਡਾ ਦਿਨ ਹੈ, ਥੋੜ੍ਹੇ ਜਿਹੇ ਉਹਦੀ ਵੀ ਵਿਚਾਰ ਸੁਣ ਲਓ। ਅੱਜ ਦੇ ਦਿਨ ਮੀਰੀ ਪੀਰੀ ਦੇ ਮਾਲਕ, ਯੋਧੇ ਸੂਰਮੇ ਪਾਤਸ਼ਾਹਾਂ ਦੇ ਪਾਤਸ਼ਾਹ, ਜਿਨ੍ਹਾਂ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ, ਸੱਚੇ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਤੇ ਬੈਠਣ ਵਾਲਾ ਦਿਨ ਹੈ ਜੀ। ਬਾਕੀ ਸਤਿਗੁਰਾਂ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਜਿਹੜਾ ਇਹ ਥੋੜ੍ਹਾ ਜਿਹਾ ਵੱਖ ਹੈ ਜੀ। ਕਿਉਂ? ਬਾਕੀ ਸਤਿਗੁਰਾਂ ਨੂੰ ਮਹਾਰਾਜ ਨੇ ਜਾਂ ਤੇ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਦਿੱਤੀ, ਸੰਗਤ ਸਾਰੀ ਸੱਦੀ ਜੀ, ਸਾਰਿਆਂ ਦੇ ਵਿੱਚ ਗੱਦੀ 'ਤੇ ਬਿਠਾਇਆ। ਗੁਰੂ ਅਮਰਦਾਸ ਜੀ ਨੂੰ ਵੀ ਇਸੇ ਤਰ੍ਹਾਂ ਸਾਰਿਆਂ ਦੇ ਵਿੱਚ ਬਿਠਾਇਆ। ਗੁਰੂ ਰਾਮਦਾਸ ਜੀ ਨੂੰ, ਗੁਰੂ ਅਰਜਨ ਸਾਹਿਬ ਨੂੰ ਸਾਰਿਆਂ ਦੇ ਵਿੱਚ ਬਿਠਾਇਆ ਤੇ ਆਪ ਦੱਸਿਆ ਵੀ ਇਹ ਗੁਰੂ ਨੇ
ਪਰ ਗੁਰੂ ਹਰਗੋਬਿੰਦ ਸਾਹਿਬ ਵਰੀ ਐਸਾ ਨਹੀਂ ਹੋਇਆ। ਮਹਾਰਾਜ ਨੇ ਜਦੋਂ ਲਾਹੌਰ ਜਾਣਾ ਸੀ ਨਾ, ਤੇ ਸਾਧ ਸੰਗਤ ਜੀ 11 ਰਾਤਾਂ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਕੋਠਾ ਸਾਹਿਬ ਸੱਦਿਆ ਜੀ, ਜਿੱਥੇ ਅੱਜ ਅਕਾਲ ਤਖ਼ਤ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸੁੱਖ ਆਸਣ ਹੁੰਦਾ ਹੈ ਜੀ। ਕੋਠਾ ਸਾਹਿਬ ਸੱਦਿਆ ਤੇ ਬਾਬਾ ਬੁੱਢਾ ਜੀ ਨੂੰ ਮਹਾਰਾਜ ਨੇ ਕਿਹਾ, ਬਾਬਾ ਜੀ ਹੁਣ ਅਸੀਂ ਲਾਹੌਰ ਜਾਣਾ ਹੈ ਕੱਲ੍ਹ ਨੂੰ, ਤੇ ਪਰਤ ਕੇ ਸਰੀਰ ਕਰਕੇ ਵਾਪਸ ਨਹੀਂ ਆਉਣਾ। ਪਰ ਗੁਰੂ ਨਾਨਕ ਦੇ ਘਰ ਦੀ ਮਰਿਆਦਾ, ਕਿਸੇ ਦੇ ਲੜ ਸੰਗਤ ਨੂੰ ਲਾ ਕੇ ਜਾਣਾ। ਬਾਬਾ ਜੀ ਨੇ ਵੀ ਪੁੱਛਿਆ, ਮਹਾਰਾਜ ਸਾਨੂੰ ਕਿਹਦੇ ਲੜ ਲਾ ਕੇ ਜਾਓਗੇ? ਮਹਾਰਾਜ ਨੇ ਕਿਹਾ, ਸਭ ਵਿਦ ਜੋਗ ਅਹੈ ਸ੍ਰੀ ਹਰਗੋਬਿੰਦ। ਹਰਗੋਬਿੰਦ ਸਾਹਿਬ ਹਰ ਤਰ੍ਹਾਂ ਦੇ ਨਾਲ ਯੋਗ ਹਨ। ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲਾਂ ਦੀ ਸੀਗੀ ਜੀ। 11 ਸਾਲ ਦੀ ਉਮਰ ਕਿਤੇ ਕਿੰਨੀ ਕੁ ਹੁੰਦੀ ਹੈ, ਤੁਸੀਂ ਅੰਦਾਜ਼ਾ ਲਾਓ ਜੀ। ਹਾਂਜੀ, ਜੇ ਕਿਤੇ ਇੱਥੇ ਬੱਚਿਆਂ ਨੂੰ ਪੁੱਛੋ ਵੀ ਉਮਰ ਕਿੰਨੀ ਕੁ ਹੈ, ਤੇ 11 ਕੁ ਸਾਲ ਦਾ ਬੱਚਾ ਵੇਖ ਲਿਓ, ਤੁਹਾਨੂੰ ਅੰਦਾਜ਼ਾ ਹੋ ਜਾਏਗਾ ਵੀ 11 ਸਾਲ ਦੀ ਉਮਰ ਕਿੰਨੀ ਕੁ ਹੈ। ਮਹਾਰਾਜ ਨੇ ਕਿਹਾ, ਹਰਗੋਬਿੰਦ ਜੀ ਯੋਗ ਨੇ, ਉਹ ਬੈਠਣਗੇ ਗੁਰਤਾ 'ਤੇ, ਸੱਦੋ ਉਹਨਾਂ ਨੂੰ। ਹਰਗੋਬਿੰਦ ਸਾਹਿਬ ਜੀ ਨੂੰ ਸੱਦਿਆ ਤੇ ਮਹਾਰਾਜ ਨੇ ਉਦੋਂ ਹੀ ਗੁਰਤਾ ਗੱਦੀ ਦਾ ਟਿੱਕਾ ਦੇ ਕੇ ਕਿਹਾ ਸੀ, ਅਜੇ ਗੱਲ ਗੁਪਤ ਰੱਖਣੀ, ਸਾਡੇ ਸਰੀਰ ਤਿਆਗਣ ਤੋਂ ਬਾਅਦ ਇਹ ਗੱਲ ਪ੍ਰਗਟ ਕਰਨੀ ਹੈ। ਸੋ ਪਹਿਲਾਂ ਇਹ ਗੱਲ ਗੁਪਤ ਹੀ ਰੱਖੀ ਗਈ। ਜਦੋਂ ਮਹਾਰਾਜ ਜੀ ਦੀ ਖਬਰ ਆ ਗਈ ਵੀ ਸੱਚੇ ਪਾਤਸ਼ਾਹ ਸਰੀਰ ਤਿਆਗ ਗਏ, ਸ਼ਹੀਦ ਹੋ ਗਏ ਹੈ, ਫਿਰ ਇਹ ਗੱਲ ਸੰਗਤਾਂ ਦੇ ਵਿੱਚ ਦੱਸੀ ਵੀ ਬਾਬਾ ਬੁੱਢਾ ਜੀ ਨੇ ਦੱਸੀ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਜੋਤ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿੱਚ ਟਿਕਾਈ ਹੈ। 6ਵੇਂ ਪਾਤਸ਼ਾਹ ਲਗਭਗ 11 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਜੀ ਗੁਰਤਾ ਗੱਦੀ ਦੇ ਸਿੰਘਾਸਨ ਦੇ ਉੱਤੇ ਬੈਠੇ। ਉਸ ਸਿੰਘਾਸਨ ਦੇ ਉੱਤੇ ਬੈਠੇ ਜਿਹਦੇ ਅੱਗੇ 9 ਖੰਡ ਪ੍ਰਿਥਵੀ ਸੱਚਾ ਢੋਆ, 9 ਖੰਡ ਪ੍ਰਿਥਵੀ ਜਿਹਦੇ ਅੱਗੇ ਝੁਕਦੀ ਹੈ। 11 ਦਿਨ ਪਹਿਲਾਂ ਮਹਾਰਾਜ ਨੇ ਗੁਰਤਾ ਗੱਦੀ ਦੇ ਦਿੱਤੀ ਸੀਗੀ। ਸਰੀਰ ਤਿਆਗਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਬੇਅੰਤ ਕਾਰਜ ਕੀਤੇ। ਬੇਅੰਤ ਕਾਰਜਾਂ ਦੇ ਵਿੱਚ ਤੁਸੀਂ ਕਥਾ ਸੁਣ ਰਹੇ ਹੋ ਲੜੀਵਾਰ, ਤੁਹਾਨੂੰ ਪਤਾ ਲੱਗ ਰਿਹਾ। ਬਾਹਰ ਸਿੰਘ ਕੜਾਹ ਪ੍ਰਸ਼ਾਦ ਵਰਤਾਉਂਦਾ, ਉਹਨੇ ਮੈਨੂੰ ਦੱਸਿਆ, ਕਹਿਣ ਲੱਗਾ ਮੈਨੂੰ ਇੱਥੇ ਆ ਕੇ ਹੀ ਪਤਾ ਲੱਗਾ ਵੀ ਗੁਰੂ ਹਰਗੋਬਿੰਦ ਸਾਹਿਬ ਤੇ ਦਿਆਲੂ ਵੀ ਬੜੇ ਸੀ, ਮਹਾਰਾਜ ਤੇ ਕਿਰਪਾ ਵੀ ਬੜੀ ਕਰਦੇ। ਕਹਿੰਦੇ ਨਹੀਂ ਤੇ ਜਦੋਂ ਕਥਾ ਸੁਣੀ ਤੀ 4 ਜੰਗਾਂ ਦੀ ਗੱਲ ਹੀ ਸੁਣੀ ਵੀ ਮਹਾਰਾਜ ਨੇ 4 ਜੰਗਾਂ ਲੜੀਆਂ, 4 ਜੰਗਾਂ ਵਿੱਚ ਭਾਰੀ ਜਿੱਤ ਹੋਈ, ਬੜੀ ਮਹਾਨ ਜਿੱਤ ਹੋਈ ਸੱਚੇ ਪਾਤਸ਼ਾਹ ਦੀ। ਪਰ ਇੱਥੇ ਆ ਕੇ ਇਹ ਸੁਣਿਆ ਤੇ ਪਤਾ ਲੱਗਾ ਵੀ ਮਹਾਰਾਜ ਤੇ ਦਿਆਲੂ ਕਿਰਪਾਲੂ ਵੀ ਬੜੇ ਸੀ। ਕਹਿੰਦੇ ਮੈਂ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਲੜਾਕਾ ਹੀ ਸਮਝਦਾ ਹਾਂ। ਆਖੋ ਵਾਹਿਗੁਰੂ। ਪਰ ਮਹਾਰਾਜ ਨੇ ਬੜਿਆਂ ਤੇ ਦਇਆ ਕੀਤੀ, ਬੜਿਆਂ ਤੇ ਮਿਹਰ ਕੀਤੀ। ਔਰ ਤੁਸੀਂ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲਾਂ ਦੀ, ਤੇ ਗੁਰਤਾ ਗੱਦੀ ਦੇਣ ਤੋਂ ਬਾਅਦ ਸਿੱਖਾਂ ਵਿੱਚੋਂ ਸਭ ਤੋਂ ਪਹਿਲਾਂ ਮੱਥਾ ਟੇਕਿਆ ਬਾਬਾ ਬੁੱਢਾ ਜੀ ਨੇ, ਤੇ ਬਾਬਾ ਬੁੱਢਾ ਜੀ ਦੀ ਉਮਰ ਉਦੋਂ 1 ਸਦੀ ਦੀ ਸੀਗੀ ਜੀ। 1606 ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਜੀ। 1606 ਵਿੱਚ 1506 ਦੇ ਵਿੱਚ ਬਾਬਾ ਬੁੱਢਾ ਜੀ ਦਾ ਜਨਮ ਹੁੰਦਾ ਹੈ ਜੀ। 1506 ਤੋਂ 1606 ਕਿੰਨਾ ਟਾਈਮ ਹੋ ਗਿਆ ਜੀ? 100 ਸਾਲ ਹੋ ਗਿਆ ਜੀ, 1 ਸਦੀ ਹੋ ਗਈ ਜੀ। ਪਰ ਤੁਸੀਂ ਅੰਦਾਜ਼ਾ ਲਾਓ, 1 ਸਦੀ ਦਾ ਬਜ਼ੁਰਗ ਧੰਨ ਬਾਬਾ ਬੁੱਢਾ ਸਾਹਿਬ, ਉਹ 11 ਸਾਲਾਂ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਗੇ ਮੱਥਾ ਵੀ ਟੇਕਣ ਦੇ ਆ, ਪਰਿਕਰਮਾ ਵੀ ਕਰ ਰਹੇ ਆ। ਤੇ ਇਹ ਨਹੀਂ ਮਨ 'ਚ ਭਾਵ ਰੱਖਿਆ ਵੀ ਮੈਂ ਬਜ਼ੁਰਗ ਹਾਂ ਤੇ ਇਹ ਬੱਚੇ ਆ। ਉਸ 11 ਸਾਲਾਂ ਦੇ ਬੱਚੇ ਨੂੰ ਗੁਰੂ ਨਾਨਕ ਦੇਵ ਜੀ ਦਾ ਰੂਪ ਸਮਝ ਕੇ ਮੱਥਾ ਟੇਕਿਆ ਜੀ। ਸੋ ਅੱਜ ਸਤਿਗੁਰੂ ਜੀ ਦਾ ਗੁਰਤਾ ਗੱਦੀ ਦਿਨ ਹੈ। ਉਸ ਦਿਨ ਦੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ। ਭਾਈ ਗੁਰਦਾਸ ਜੀ ਨੇ ਲਿਖਿਆ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ। ਇਹ ਜਿਹੜਾ ਭਾਰੀ ਸ਼ਬਦ ਹੈ ਨਾ, ਇਹਨੂੰ ਭਾਰ ਦੇ ਕੇ ਹੀ ਬੋਲਣਾ, ਭਾਰੀ ਨਹੀਂ ਕਹਿਣਾ। 6ਠਮ ਪੀਰ ਬੈਠਾ ਗੁਰ ਭਾਰੀ। ਭਾਰੀ ਸ਼ਬਦ ਵਿੱਚ ਬਹੁਤ ਕੁਝ ਹੈਗਾ ਜੀ।
ਭਾਰੀ ਸ਼ਬਦ ਬੜਾ ਭਾਰਾ ਸ਼ਬਦ ਹੈਗਾ ਏ, ਇਹਦੇ ਵਿੱਚ ਬਹੁਤ ਕੁਝ ਹੈਗਾ। ਮਹਾਰਾਜ ਛੇਵੇਂ ਪਾਤਸ਼ਾਹ ਭਾਰੀ ਸੱਚੇ ਪਾਤਸ਼ਾਹ ਕਿੱਡੇ ਭਾਰੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਦਲਾਂ ਦੇ ਦਲਾਂ ਨੂੰ ਭੰਜਣ ਵਾਲੇ ਨੇ, ਸੂਰਮੇ ਨੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ। ਲੜੀਵਾਰ ਕਥਾ ਚੱਲਣ ਦੀ ਹੈ। ਸਰੀਰ ਦੀ ਬਣਤਰ ਤੇ ਤੁਸੀਂ ਰੋਜ਼ ਹੀ ਸੁਣਦੇ ਹੀ ਰਹਿੰਦੇ ਹੋ ਮਹਾਰਾਜ ਦੇ, ਕਿੱਡਾ ਉੱਚਾ ਲੰਮਾ ਸਰੀਰ ਸੀਗਾ ਮਹਾਰਾਜ ਦਾ, ਸੂਰਮਾ ਸਰੀਰ ਜੀ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਜੋਧੇ ਵੀ ਬੜੇ ਵੱਡੇ ਆ ਤੇ ਛੇਵੇਂ ਪਾਤਸ਼ਾਹ ਪਰਉਪਕਾਰੀ ਵੀ ਬੜੇ ਵੱਡੇ ਨੇ। ਬੜਿਆਂ ਤੇ ਦਇਆ ਕੀਤੀ, ਬੜਿਆਂ ਤੇ ਤਰਸ ਕੀਤਾ ਮੇਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਭਾਈ ਕੈਂਠਾ ਜੀ ਦਾ ਇਤਿਹਾਸ ਪੜ੍ਹ ਕੇ ਵੇਖੋ ਸਾਧ ਸੰਗਤ ਜੀ, ਕਿਵੇਂ ਨੇਤਰ ਨਹੀਂ ਸੀ ਹੈਗੇ ਪਰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਸੀਗੇ। ਤੇ ਮਹਾਰਾਜ ਅਕਾਲ ਤਖਤ ਸਾਹਿਬ ਬੈਠੇ, ਮਹਾਰਾਜ ਕਹਿੰਦੇ ਸਿੱਖੋ, ਤੁਹਾਨੂੰ ਕੋਈ ਮਿਲਣਾ ਚਾਹੁੰਦਾ ਹੋਵੇ ਤੇ ਮਿਲ ਨਾ ਸਕੇ, ਪਹੁੰਚ ਨਾ ਸਕੇ ਤੇ ਤੁਹਾਨੂੰ ਕੀ ਕਰਨਾ ਚਾਹੀਦਾ? ਕਹਿੰਦੇ ਮਹਾਰਾਜ ਜੇ ਉਹ ਨਾ ਆ ਸਕੇ ਤੇ ਸਾਨੂੰ ਹੀ ਜਾਣਾ ਚਾਹੀਦਾ। ਮਹਾਰਾਜ ਕਹਿੰਦੇ ਫਿਰ ਚੱਲੋ, ਆਪਾਂ ਵੀ ਚੱਲੀਏ। ਤੇ ਭਾਈ ਕੈਂਠੇ ਦੇ ਨੇਤਰ ਨਹੀਂ ਹੈਗੇ, ਮਹਾਰਾਜ ਸੱਚੇ ਪਾਤਸ਼ਾਹ ਜਾ ਕੇ ਉਹਦੇ ਘਰ ਪਹੁੰਚੇ। ਭਾਈ ਕੈਂਠੇ ਨੂੰ ਯਕੀਨ ਹੀ ਨਾ ਹੋਵੇ ਵੀ ਐਡੇ ਵੱਡੇ ਗੁਰੂ ਹਰਗੋਬਿੰਦ ਸਾਹਿਬ ਤੇ ਮੇਰੇ ਘਰ ਕਿਵੇਂ ਆ ਗਏ। ਕਹਿੰਦਾ ਮੈਂ ਤਾਂ ਤੱਕਿਆ ਹੀ ਨਹੀਂ, ਮੈਂ ਨਹੀਂ ਇੰਝ ਜਾਣਦਾ। ਤੇ ਸਾਧ ਸੰਗਤ ਦੀ ਮਹਾਰਾਜ ਭਾਈ ਕੈਂਠੇ ਨੂੰ ਕਹਿੰਦੇ, ਭਾਈ ਕੈਂਠੇ ਪਲਕ ਨਾਲ ਪਲਕ ਜੋੜ, ਅੱਖਾਂ ਬੰਦ ਕਰ, ਬੋਲ ਵਾਹਿਗੁਰੂ। ਉਹਨੇ ਵਾਹਿਗੁਰੂ ਬੋਲਿਆ। ਮਹਾਰਾਜ ਕਹਿੰਦੇ ਅੱਖਾਂ ਖੋਲ। ਉਹਨੇ ਅੱਖਾਂ ਖੋਲੀਆਂ, ਉਹਨੂੰ ਮਹਾਰਾਜ ਦੇ ਦਰਸ਼ਨ ਹੋਣ ਲੱਗ ਪਏ ਜੀ। ਮਹਾਰਾਜ ਦੇ ਜਦੋਂ ਰੱਜ ਕੇ ਦਰਸ਼ਨ ਕਰ ਲਏ, ਕਹਿੰਦਾ ਮਹਾਰਾਜ ਹੁਣ ਕਿਰਪਾ ਕਰੋ ਤੇ ਮੈਨੂੰ ਮੁੜ ਅੰਨਾ ਕਰ ਦਿਓ। ਮਹਾਰਾਜ ਕਹਿੰਦੇ ਇਹ ਗੱਲ ਤਾਂ ਕਦੇ ਕਿਸੇ ਨੇ ਕਹੀ ਨਹੀਂ ਵੀ ਮੈਨੂੰ ਮੁੜ ਹੀ ਅੰਨਾ ਕਰ ਦਿਓ। ਮਹਾਰਾਜ ਕਹਿੰਦੇ ਅੰਨਾ ਕਿਉਂ ਕਰ ਦਈਏ? ਕਹਿੰਦਾ ਮਹਾਰਾਜ ਤੁਹਾਨੂੰ ਹੀ ਵੇਖਣਾ ਸੀ, ਵੇਖ ਲਿਆ, ਦੁਨੀਆ ਨੂੰ ਵੇਖ ਕੇ ਕੀ ਕਰਾਂਗਾ। ਕਹਿੰਦਾ ਜੇ ਤੂੰ ਤੁਠਾ ਕਿਰਪਾ ਨਿਧਾਨ ਨਾ ਦੂਜਾ ਵੇਖਾਲ। ਮੈਂ ਹੁਣ ਦੂਜਾ ਕਿਸੇ ਨੂੰ ਵੇਖਣਾ ਹੀ ਨਹੀਂ। ਅਰਥ ਬੜੇ ਇਹਨੇ ਇਸ ਪੰਕਤੀ ਦੇ। ਇੱਕ ਹੈ ਸਾਰਿਆਂ 'ਚ ਤੂੰ ਵੇਖ। ਮਹਾਰਾਜ ਮੈਂ ਹੁਣ ਦੁਨੀਆ ਨੂੰ ਵੇਖ ਕੇ ਕੀ ਕਰਾਂਗਾ, ਮੇਰੇ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਨਹੀਂ ਕੈਂਠਿਆ, ਗੁਰੂ ਨਾਨਕ ਨੇ ਜਿਹੜੀ ਚੀਜ਼ ਦੇ ਦਿੱਤੀ ਮੁੜ ਵਾਪਸ ਨਹੀਂ ਲੈਂਦੇ। ਹੁਣ ਨਹੀਂ ਵਾਪਸ ਲੈਣੀਆਂ, ਥੋੜ੍ਹਾ ਦਿਨ ਹੈਗੇ ਆ, ਸਰੀਰ ਉਮਰ ਪੂਰੀ ਹੋ ਜਾਏਗੀ, ਮੁੜ ਫਿਰ ਸਰੀਰ ਛੱਡ ਦੇਣਾ, ਕੋਈ ਗੱਲ ਨਹੀਂ। ਸੋ ਏਡੇ ਦਿਆਲੂ ਕਿਰਪਾਲੂ ਗੁਰੂ ਹਰਗੋਬਿੰਦ ਸਾਹਿਬ, ਵੱਡੇ ਯੋਧੇ, ਸੂਰਮੇ, ਦਲਾਂ ਨੂੰ ਭੰਨਣ ਵਾਲੇ, ਪਰਉਪਕਾਰੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਨ ਗੁਰਤਾ ਗੱਦੀ ਤੇ ਬੈਠੇ। ਔਰ ਉਸ ਹਾਲਾਤ ਕਿਹੜਾ ਸੀਗਾ, ਸਤਿਗੁਰੂ ਜੀ ਦੇ ਪਿਤਾ ਜੀ ਨੂੰ ਤੱਤੀ ਤਵੀ ਦੇ ਉੱਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਜੀ। ਇਹੋ ਜਿਹੇ ਸਮੇਂ ਵਿੱਚ ਆਪਣੇ ਆਪ ਵਿੱਚ ਸਾਹਸ ਰੱਖਣਾ, ਫੌਜਾਂ ਪੈਦਾ ਕਰਨੀਆਂ, ਰਾਜ ਭਾਗ ਪੈਦਾ ਕਰਨਾ ਤੇ ਸਮੇਂ ਦੀ ਹਕੂਮਤ ਦੇ ਹੁਕਮਾਂ ਦੀਆਂ ਪੱਕੀਆਂ ਹੀ ਡਾ ਦਿੱਤੀਆਂ ਮਹਾਰਾਜ ਛੇਵੇਂ ਪਾਤਸ਼ਾਹ ਨੇ। ਉਹ ਕਹਿੰਦੇ ਸੀ ਕੋਈ ਤਖਤ ਨਹੀਂ ਬਣਾ ਸਕਦਾ, ਮਹਾਰਾਜ ਨੇ 12 ਫੁੱਟ ਉੱਚਾ ਤਖਤ ਬਣਾਇਆ ਆਪਣਾ। ਕਲਗੀ ਨਹੀਂ ਕੋਈ ਲਾ ਸਕਦਾ, ਮਹਾਰਾਜ ਨੇ ਲਾਈ। ਕਹਿੰਦੇ ਸ਼ਸਤਰ ਨਹੀਂ ਰੱਖ ਸਕਦਾ, ਮਹਾਰਾਜ ਨੇ 2 ਰੱਖੇ ਜੀ। ਸਮੇਂ ਦੀਆਂ ਹਕੂਮਤ ਦੇ ਹੁਕਮਾਂ ਦੀਆਂ ਫੱਕੀਆਂ ਡਾਈਆਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ। ਪਿਆਰ ਵਿੱਚ ਆਓ ਸਾਰੇ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 5 ਪਿਆਲੇ 5 ਪੀਰ, 5 ਪਿਆਲੇ 5 ਪੀਰ, 5 ਪਿਆਲੇ 5 ਪੀਰ। ਛਠਮ ਪੀਰ ਬੈਠਾ ਗੁਰ ਭਾਰੇ, ਛਠਮ ਪੀਰ ਬੈਠਾ ਗੁਰ ਭਾਰੇ। ਛੇਵੇਂ ਪਾਤਸ਼ਾਹ ਜੀ ਦੇ ਕਈ ਫੈਨ ਨੇ, ਸ਼ਰਧਾਲੂ ਨੇ ਛੇਵੇਂ ਪਾਤਸ਼ਾਹ ਜੀ ਦੇ। ਤੇ ਫਿਰ ਗੱਲ ਧਿਆਨ ਨਾਲ ਸੁਣ ਲਿਓ, ਆਹ ਕਹਿ ਕੇ ਮੈਂ ਕਥਾ ਨੂੰ ਵਿਰਾਮ ਦਿਆਂ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਬਾਬਾ ਬਿਧੀ ਚੰਦ ਜੀ ਦਾ ਬੋਲ ਹੈ, ਮਹਾਰਾਜ
ਕਿੰਨਾ ਵੀ ਔਖਾ ਕੰਮ ਕਿਉਂ ਨਾ ਹੋਵੇ, ਔਖੇ ਔਖੇ ਕੰਮ ਆ ਹੀ ਜਾਂਦੇ, ਪੈ ਹੀ ਜਾਂਦੇ ਬੰਦੇ ਨੂੰ। ਮਹਾਰਾਜ ਕਿੰਨਾ ਵੀ ਔਖਾ ਕੰਮ ਕਿਉਂ ਨਾ ਹੋਵੇ, ਤੁਹਾਡਾ ਨਾਮ ਲਿਆ ਕੰਮ ਸੌਖਾ ਹੋ ਜਾਂਦਾ ਹੈ। ਪਿਆਰ ਨਾਲ ਕਹਿ ਦਿਓ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਆਪਣਾ ਬਚਨ ਹੈ। ਮਹਾਰਾਜ ਕਹਿੰਦੇ ਕੋਈ ਦੁਖੀ ਹੋਇਆ ਕਵੇ, ਆਰਤ ਹੋਏ ਕਹੈ ਇੱਕ ਬੇਰਾ, ਸ੍ਰੀ ਹਰਗੋਬਿੰਦ ਮੈਂ ਅਬ ਤੇਰਾ। ਤੇ ਮਹਾਰਾਜ ਕਹਿੰਦੇ ਬੰਦਿਆਂ ਦੀ ਕੀ ਗਿਣਤੀ ਹੈ, ਫਿਰ ਜਿਹੜਾ ਆਖੇਗਾ ਦੂਤ ਜਮ ਦੂਤ ਵੀ ਉਹਦੇ ਨੇੜੇ ਨਹੀਂ ਆਉਣ ਦਿਆਂਗਾ। ਦੁਖੀ ਹੋਇਆ ਕੋਈ ਪੁਕਾਰੂ ਹੋ ਕੇ ਕਹਿ ਦੇ ਨਾ ਗੁਰੂ ਹਰਗੋਬਿੰਦ ਸਾਹਿਬ ਮੈਂ ਤੇਰਾ ਆ, ਤੇ ਫਿਰ ਮਹਾਰਾਜ ਬੜੀ ਮਿਹਰ ਕਰਦੇ ਆ। ਸਤਿਗੁਰੂ ਜੀ ਦੇ ਗੁਰਤਕ ਗੱਦੀ ਪੁਰਬ ਦੀਆਂ ਵਧਾਈਆਂ ਹੋਣ ਜੀ। ਤੇ ਜਿਨ੍ਹਾਂ ਕੋਲ ਸਮਾਂ ਉਹ ਸੱਜੇ ਰਹੋ, ਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ। ਜਿਨ੍ਹਾਂ ਕੋਲ ਸਮਾਂ ਉਹ ਸੰਗਤਾਂ ਸੱਜੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹੋ।